वर्ल्ड मीडिया यूएसए देख रहे ਸਾਰੇ ਹੀ ਦਰਸ਼ਕਾਂ ਦਾ ਮੈਂ ਅਵਤਾਰ ਸ਼ੇਰਪੁਰੀ ਬਹੁਤ-ਬਹੁਤ ਸਵਾਗਤ ਕਰਦਾ। ਦੋਸਤੋ, ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਦੁਨੀਆ ਭਰ ਦੇ ਵਿੱਚੋਂ ਜਿਹੜੀ ਕਿਸਾਨ ਮੋਰਚੇ ਨੂੰ ਸਪੋਰਟ ਹੈ ਉਹ ਹੋ ਰਹੀ ਹੈ ਅਤੇ ਦੁਨੀਆ ਭਰ ਦੇ ਵਿੱਚ ਬੈਠੇ ਜਿੰਨੇ ਵੀ ਪੰਜਾਬੀ ਨੇ, ਮੈਂ ਸਮਝਦਾ ਉਹ ਤਕਰੀਬਨ ਕਿਸਾਨਾਂ ਦੇ ਹੀ ਪੁੱਤ ਨੇ। ਚਾਹੇ ਉਹ ਕਿਸੇ ਵੀ ਇੰਡਸਟਰੀ ਦੇ ਵਿੱਚੋਂ ਆਇਆ, ਚਾਹੇ ਉਹ ਕਿਸੇ ਵੀ ਬੈਕਗਰਾਊਂਡ ਤੋਂ ਆਇਆ, ਲੇਕਿਨ ਜਿਹੜੀ ਉਹਨਾਂ ਦੀ ਪਿੱਛੇ ਲਿੰਕ ਬਣਦਾ ਉਹ ਕਿਸਾਨੀ ਪਰਿਵਾਰਾਂ ਦੇ ਨਾਲ ਹੀ ਬਣਦਾ। ਸੋ ਉਹਦੇ ਵਿੱਚ ਦੇ ਤਹਿਤ ਜਿਹੜੀ ਅੱਜ ਅਸੀਂ ਗੱਲਬਾਤ ਕਰਨ ਲੱਗੇ ਹਾਂ, ਨਿਊਯਾਰਕ ਤੋਂ ਕਮਿਊਨਿਟੀ ਐਕਟਿਵਿਸਟ ਸਰਦਾਰ ਹਰਪ੍ਰੀਤ ਸਿੰਘ ਜੀ ਤੂਰ ਮੇਰੇ ਨਾਲ ਨੇ, ਜਿਹੜੇ ਕਿ ਵੱਖ-ਵੱਖ ਸਮਿਆਂ ਦੇ ਵਿੱਚ ਵੱਖ-ਵੱਖ ਜਿਹੜੇ ਕਮਿਊਨਿਟੀ ਦੇ ਕਾਰਜ ਨੇ ਉਹਨਾਂ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਨੇ ਅਤੇ ਇਹਨਾਂ ਨੇ ਕਾਫੀ ਜਿਹੜੀਆਂ ਇਹਨਾਂ ਦੇ ਸਹਿਯੋਗ ਦੇ ਨਾਲ ਕਮਿਊਨਿਟੀ ਦੇ ਵਿੱਚ ਕਾਫੀ ਚੰਗੇ ਜਿਹੜੇ ਆ ਬਦਲਾਅ ਜਿਹੜੇ ਇੱਥੇ ਹੋਏ ਆ ਇਸ ਸ਼ਹਿਰ ਦੇ ਵਿੱਚ ਜਾਂ ਇਸ ਇਲਾਕੇ ਦੇ ਵਿੱਚ। ਹੁਣ ਇਹ ਸਿਟੀ ਕੌਂਸਲ ਦੇ ਲਈ ਅੱਗੇ ਨੂੰ ਇੱਥੋਂ ਰਨ ਵੀ ਕਰਨ ਲੱਗਿਆ, ਇੱਥੋਂ ਇਲੈਕਸ਼ਨ ਵੀ ਲੜ ਰਿਹਾ ਅਤੇ ਇਹਨਾਂ ਤੋਂ ਅੱਜ ਆਪਾਂ ਗੱਲਬਾਤ ਜਾਣਾਂਗੇ ਕਿ ਕਿਸਾਨਾਂ ਦੇ ਬਾਰੇ ਜਿਹੜੀ ਰਣਨੀਤੀ ਜੋ ਦਿੱਲੀ ਦੇ ਵਿੱਚ ਬੈਠੇ ਕਿਸਾਨ ਅੱਜ ਕਰ ਰਹੇ ਨੇ ਉਹਦੇ ਬਾਰੇ ਕੀ ਸੋਚਦੇ ਨੇ ਅਤੇ ਕਿਸ ਤਰ੍ਹਾਂ ਦੀ ਰਣਨੀਤੀ ਜਿਹੜੀ ਬਾਹਰਲੇ ਪੰਜਾਬੀ ਨੇ ਉਹਨਾਂ ਨੂੰ ਕਿਸ ਤਰੀਕੇ ਉਹ ਸਹਿਯੋਗ ਦੇ ਸਕਦੇ ਆ ਉੱਥੇ ਆਪਣੀ ਇਨਪੁਟ ਦੇ ਕੇ। ਤੂਰ ਸਾਹਿਬ, ਬਹੁਤ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਇਹ ਮੇਰੇ ਵੱਲੋਂ ਆਪ ਸਭ ਨੂੰ, ਦਰਸ਼ਕਾਂ ਨੂੰ ਇੱਕ ਵਾਰੀ ਫੇਰ ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਪਿਆਰ ਨਾਲ ਸਤਿ ਸ੍ਰੀ ਅਕਾਲ। ਤਾਂ ਕਿ ਤੁਸੀਂ ਇਹ ਜਿਹੜਾ ਮੁੱਦਾ ਜਿਹਦੇ ਉੱਤੇ ਅੱਜ ਤੁਸੀਂ ਗੱਲ ਕਰਨ ਲੱਗੇ ਹੋ, ਇਹ ਅਸੀਂ ਉਸ ਮਿੱਟੀ 'ਚੋਂ ਉੱਠ ਕੇ ਆਏ ਹਾਂ ਜੀ, ਠੀਕ ਹੈ ਜੀ। ਅਤੇ ਸਾਡਾ ਡਾਇਰੈਕਟ ਰਿਲੇਸ਼ਨਸ਼ਿਪ ਆ, ਠੀਕ ਹੈ ਨਾ ਜੀ। ਅਤੇ ਬਾਣੀ 'ਚ ਵੀ ਆਉਂਦਾ ਹੈ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਠੀਕ ਹੈ ਜੀ। ਅਤੇ ਜਦੋਂ ਉਹ ਮਾਂ ਦਾ ਅਤੇ ਪੁੱਤ ਦਾ ਰਿਲੇਸ਼ਨ ਆ ਜਿਹੜਾ, ਜੇ ਉਹਨੂੰ ਡਿਸਟਰੋਏ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਜੋ ਕੁਛ ਹੋ ਰਿਹਾ ਉਹ ਹੋਣਾ ਹੀ ਸੀ। ਇਟ ਵਾਜ਼ ਜਸਟ ਅ ਮੈਟਰ ਆਫ ਟਾਈਮ। ਲਾਈਕ ਯੂ ਸੈਡ, ਇਟ ਵਾਜ਼ ਜਸਟ ਅ ਮੈਟਰ ਆਫ ਟਾਈਮ। ਕਿਉਂਕਿ ਮੈਨੂੰ ਲੱਗਦਾ ਵੀ ਜਦੋਂ ਜਿਹੜਾ ਜ਼ੁਲਮ ਹੈ ਨਾ, ਵੈਸੇ ਹੈ ਨਾ, ਉਹ ਇੱਕ ਹੱਦ ਤੋਂ ਵੱਧ ਹੋ ਜਾਵੇ, ਉਹਨੂੰ ਰੋਕਣ ਦੇ ਲਈ ਕੋਈ ਨਾ ਕੋਈ ਜਿਹੜੀ ਮੂਵਮੈਂਟ ਹੈ ਉਹ ਆਪਣੇ ਆਪ ਉੱਠਦੀ ਹੈ। ਸੋ ਮੈਨੂੰ ਲੱਗਦਾ ਵੀ ਜਿਹੜੀ ਇਹ ਮੂਵਮੈਂਟ ਉੱਠੀ ਹੈ, ਬੇਸ਼ੱਕ ਮੋਦੀ ਸਰਕਾਰ ਨੇ ਭੁੱਲ ਭੁਲੇਖੇ ਹੀ ਉਹਨਾਂ ਨੇ ਲਾਗੂ ਕਰ ਦਿੱਤੀ ਵੀ ਹਾਂ ਦੇਖੋ ਜੀ, ਜਿਸ ਤਰ੍ਹਾਂ ਮਾਸਟਰਾਂ ਨੂੰ ਡੰਡੇ ਮਾਰ ਕੇ ਭਜਾ ਦਿੰਦੇ ਆ, ਹੋ ਸਕਦਾ ਕਿਸਾਨਾਂ ਨੂੰ ਵੀ ਕਰ ਦਿਆਂਗੇ, ਬਿੱਲ ਲਾਗੂ ਕਰ ਦਿਆਂਗੇ ਅਤੇ ਚੁੱਪ ਚਪੀਤੇ ਮਰ ਜਾਣਗੇ ਜਾਂ ਪਿੱਛੇ ਮੁੜ ਜਾਣਗੇ। ਪਰ ਉਹਨਾਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀਗਾ ਵੀ ਹਾਂ ਇਹ ਗੱਲ ਇੱਥੇ ਤੱਕ ਆ ਜਾਊਗੀ। ਜਦੋਂ ਅੱਜ ਅਸੀਂ ਕਿਸਾਨਾਂ ਦੇ ਬਿਆਨ ਦੇਖਦੇ ਹਾਂ ਜਾਂ ਉਹ ਸਰਕਾਰ ਨੂੰ ਜਦੋਂ ਕਾਊਂਟਰ ਕਰਦੇ ਆ, ਈਵਨ ਡਾਇਰੈਕਟ ਪ੍ਰਾਈਮ ਮਿਨਿਸਟਰ ਨੂੰ ਕਾਊਂਟਰ ਕਰਦੇ ਆ, ਮੋਦੀ ਸਾਹਿਬ ਨੂੰ ਕਾਊਂਟਰ ਕਰਦੇ ਆ, ਜਾਂ ਉਹ ਅਮਿਤ ਸ਼ਾਹ ਨੂੰ ਕਾਊਂਟਰ ਕਰਦੇ ਆ, ਤਾਂ ਜਿਸ ਤਰੀਕੇ ਸੋਚਿਆ ਜਾ ਰਿਹਾ ਸੀ ਨਾ ਵੀ ਇਹ ਤਾਂ ਜੀ ਭੰਗੜਾ ਪਾਉਣ ਵਾਲੇ ਨੇ, ਇਹ ਤਾਂ ਜੀ ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ ਖਾਣ ਵਾਲੇ ਬੰਦੇ ਆ, ਠੀਕ ਹੈ, ਇਸ ਤੋਂ ਬਿਨਾਂ ਇਹਨਾਂ ਕੋਲ ਦੇ ਪੱਲੇ ਕੁਛ ਨਹੀਂ ਹੈ। ਬਟ ਜਿਸ ਤਰੀਕੇ ਉਹ ਕਾਊਂਟਰ ਕਰਦੇ ਆ ਜਾਂ ਜਿਸ ਤਰੀਕੇ ਦੀ ਅੱਜ ਉਹ ਰਾਜਨੀਤੀ ਕਰ ਰਹੇ ਆ, ਮੈਂ ਸਮਝਦਾ ਵੀ ਉਹ ਇੰਟਲੈਕਚੁਅਲ ਪੱਧਰ ਜਿਹੜਾ ਸਾਹਮਣੇ ਆਇਆ, ਜਿਹੜਾ ਕਿ ਦੁਨੀਆ ਨੂੰ ਕਦੇ ਪਤਾ ਨਹੀਂ ਸੀਗਾ। ਕੀ ਤੁਹਾਨੂੰ ਲੱਗਦਾ ਵੀ ਆਉਣ ਵਾਲੇ ਭਵਿੱਖ ਦੇ ਵਿੱਚ, ਕਿਉਂਕਿ ਮੈਂ ਹੁਣ ਮੋਰਚੇ ਦੀ ਗੱਲ ਨਹੀਂ ਕਰ ਰਿਹਾ, ਮੈਂ ਭਵਿੱਖ ਦੀ ਗੱਲ ਕਰ ਰਿਹਾ ਵੀ ਭਵਿੱਖ ਦੇ ਉੱਤੇ ਇਸ ਦਾ ਕੀ ਅਸਰ ਪਊਗਾ? ਕੀ ਤੁਹਾਨੂੰ ਲੱਗਦਾ ਵੀ ਜਿਹੜੀਆਂ ਰਵਾਇਤੀ ਪਾਰਟੀਆਂ, ਚਾਹੇ ਉਹ ਪੰਜਾਬ ਦੇ ਵਿੱਚ ਸੀ, ਹਰਿਆਣੇ ਦੇ ਵਿੱਚ ਸੀ, ਜਿੱਥੇ ਵੀ ਕਿਸਾਨਾਂ ਦਾ ਦਬਦਬਾ ਜ਼ਿਆਦਾ ਹੈ, ਉੱਥੇ ਕੋਈ ਚੇਂਜ ਹੋਊਗਾ? ਦੇਖੋ, ਦੋ ਤਿੰਨ ਚੀਜ਼ਾਂ ਜਿਹੜੀਆਂ ਕਿ ਮੈਂ ਤੁਹਾਡੇ ਨਾਲ ਇਸ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਜਿਹੜੀਆਂ ਮੈਂ ਸ਼ੇਅਰ ਕਰਨੀਆਂ ਚਾਹੁੰਦਾ, ਕਿਉਂਕਿ ਬਹੁਤ ਜ਼ਰੂਰੀ ਆ। ਰਾਈਟ। ਉਹ ਜ਼ਰੂਰੀ ਇਸ ਕਰਕੇ ਆ ਕਿ ਮੌਜੂਦਾ ਗੌਰਮੈਂਟ ਜੋ ਕਿ BJP ਦੀ ਹੈਗੀ, ਔਰ ਪ੍ਰਾਈਮ ਮਿਨਿਸਟਰ ਜਿਹੜੇ ਹੈਗੇ ਆ ਨਰਿੰਦਰ ਮੋਦੀ, ਉਹਨਾਂ ਨੇ ਇੰਟੈਂਸ਼ਨਲੀ ਇਹ ਬਿੱਲ ਉਦੋਂ ਪਾਸ ਕੀਤਾ ਜਦ ਉਹਨਾਂ ਨੂੰ ਲੱਗਾ ਵੀ ਕੋਵਿਡ ਕਰਕੇ ਸਾਰੇ ਘਰੋਂ ਘਰ ਬੈਠੇ ਆ, ਔਰ ਕਿਉਂਕਿ ਸਾਰੇ ਘਰੋਂ ਘਰ ਬੈਠੇ ਆ, ਇਹਦੀ ਜਿਹੜੀ ਓਪੋਜੀਸ਼ਨ ਉਹ ਘੱਟ ਹੋਊਗੀ। ਪਰ ਜਿਹੜੀ ਪੰਜਾਬੀਆਂ ਦੀ ਡਿਟਰਮੀਨੇਸ਼ਨ ਆ, ਤੁਸੀਂ ਇਹ ਦੇਖੋ ਵੀ ਜਦੋਂ ਰੋਡ ਬਲਾਕ ਉਹਨਾਂ ਨੇ ਬੁਲਡੋਜ਼ਰ ਵਰਤ ਕੇ ਸਮਾਨ ਲਿਆ ਕੇ ਰੱਖਿਆ, ਤਾਂ ਪੰਜਾਬੀਆਂ ਨੇ ਲੱਤਾਂ ਬਾਹਾਂ ਵਰਤ ਕੇ ਧੱਕ ਕੇ ਤੋਂ ਲਾਂਭੇ ਕਰ ਦਿੱਤੇ ਰਾਹ ਕਲੀਅਰ ਕਰਨੇ ਨੂੰ। ਰਾਈਟ। ਕੋਈ ਬੁਲਡੋਜ਼ਰ ਨਹੀਂ ਲਿਆਂਦਾ, ਕੋਈ ਕੁਛ ਨਹੀਂ ਲਿਆਂਦਾ। ਔਰ ਜਦ ਪੁਲਿਸ ਵਾਲਿਆਂ ਨੇ ਉਹਨਾਂ ਦੇ ਉੱਤੇ ਠੰਡਾ ਪਾਣੀ ਵਰਤਾਇਆ, ਤਾਂ ਉਹਨਾਂ ਨੇ, ਜਦੋਂ ਪੁਲਿਸ ਵਾਲੇ ਥੱਕ ਗਏ, ਪਾਣੀ ਖਤਮ ਹੋ ਗਿਆ, ਤਾਂ ਉਹਨਾਂ ਨੂੰ ਕਹਿੰਦੇ ਭਾਈ ਲੰਗਰ ਦਾ ਟਾਈਮ ਹੋਇਆ, ਅਸੀਂ ਵੀ ਲੰਗਰ ਛਕਣ ਲੱਗੇ, ਤੁਸੀਂ ਵੀ ਲੰਗਰ ਛਕ ਲਓ, ਭੁੱਖ ਤੁਹਾਨੂੰ ਵੀ ਲੱਗੀ ਹੋਣੀ, ਠੀਕ ਹੈ। ਦੈਟ ਐਕਚੁਅਲੀ ਸ਼ੋਜ਼ ਵੀ ਸਾਡੀ ਪੰਜਾਬੀਆਂ ਦੇ ਵਿੱਚ ਨਾ ਇੱਕ ਮੈਚੋਰਿਟੀ ਆ। ਔਰ ਉਸ ਤੋਂ ਬਾਅਦ ਜਦ ਕੋਸ਼ਿਸ਼ ਕੀਤੀ ਗਈ ਨਾ ਇਸ ਮੂਵਮੈਂਟ ਨੂੰ ਨਾਂ ਦੇਣ ਦੀ, ਪਈ ਜੀ ਇਹ ਟੈਰੋਰਿਸਟ ਗਰੁੱਪ ਹੈਗੇ ਆ, ਇਹ ਬਾਹਰਲੀਆਂ ਮੁਲਕਾਂ ਤੋਂ ਪੈਸੇ ਆ ਰਹੇ ਤਾਂ ਇਹਨਾਂ ਨੂੰ ਸਪੋਰਟ ਦਿੱਤੀ ਜਾ ਰਹੀ ਹੈਗੀ ਆ। ਔਰ ਇੱਥੋਂ ਤੱਕ ਕਿ ਇੱਕ ਮੈਨੂੰ ਪਰਸਨਲੀ ਕਿਸੇ
ਜਿਹੜਾ ਕਿ ਕੱਟੜ ਸਪੋਰਟਰ ਹੈਗਾ ਹੈ ਇਹਨਾਂ ਦੇ ਇਸ ਗੌਰਮੈਂਟ ਦਾ, ਉਹਨੇ ਮੈਂ 2 ਪਿਕਚਰਾਂ ਭੇਜੀਆਂ। ਇੱਕ ਪਿਕਚਰ ਭੇਜੀ ਉਹ ਮਸਾਜਰ ਜਿਹੜੇ ਹੁੰਦੇ ਲੈਗ ਮਸਾਜਰ, ਰਾਈਟ, ਉਹ ਲੈਗ ਮਸਾਜਰਸ ਪੂਰੀ ਦੀ ਪੂਰੀ ਲਾਈਨ ਖਾਲੀ ਪਈ ਹੈ which is installed by Khalsa Aid. ਓਕੇ। ਔਰ ਦੂਜੀ ਆ ਜਿਹੜੀ ਉਹਦੇ ਵਿੱਚ ਉਹ ਕਿਸਾਨ ਬੈਠੇ ਉਹ ਮਸਾਜ ਕਰਵਾ ਰਹੇ ਹੈਗੇ ਆ। ਤਾਂ ਉਹ ਬੰਦੇ ਨੇ ਐਕਚੁਅਲੀ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਵੀ ਇਹ ਵਾਕਈ ਇੱਥੇ ਪ੍ਰੋਟੈਸਟ 'ਤੇ ਆਏ ਹੋ ਕਿ ਇੰਜੋਏ ਕਰਨ ਆਏ ਹੋ। ਤਾਂ ਮੈਨੂੰ ਇੱਕੋ ਗੱਲ ਕਹੀ ਸੀ, ਮੈਂ ਕਿਹਾ ਵੀ ਜੇ ਤੁਸੀਂ ਸ਼ਹਿਰੀ ਬੰਦੇ ਮਸਾਜਰ ਵਰਤ ਸਕਦੇ ਹੋ ਤਾਂ ਕੀ ਗੱਲ ਜੇ ਕਿਸਾਨ ਮਸਾਜਰ ਕਿਸੇ ਨੇ ਭੇਜ ਦਿੱਤੇ ਵੀ ਭਾਈ ਕੋਈ 400 ਕਿਲੋਮੀਟਰ ਤੁਰ ਕੇ ਆਇਆ, ਕੋਈ 500 ਤੁਰ ਕੇ ਆਇਆ, ਕੋਈ ਹੋ ਸਕਦਾ 1000 ਕਿਲੋਮੀਟਰ ਵੀ ਤੁਰ ਕੇ ਆਇਆ ਹੋਵੇ, ਤਾਂ ਤੁਹਾਨੂੰ ਇਸ ਚੀਜ਼ ਦੀ ਕਿਉਂ ਤਕਲੀਫ ਹੋ ਰਹੀ ਹੈ? ਸੋ ਕਹਿਣ ਦਾ ਮਤਲਬ ਇਹ ਆ ਭਈ ਜਿਹੜੀ ਗੌਰਮੈਂਟ ਦੀ ਇੰਟੈਂਸ਼ਨ ਹੈ ਉਹ ਇਹ ਆ ਵੀ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਨਾਲ ਜਿਹੜੀ ਕਿ 80s ਐਂਡ 90s ਦੇ ਵਿੱਚ ਪੰਜਾਬ ਦੀ ਮੂਵਮੈਂਟ ਸੀ ਵੀ ਇਹਨੂੰ ਮੁੜ ਕੇ ਉਹਦੇ ਨਾਲ ਲਿੰਕ ਕੀਤਾ ਜਾਵੇ। ਅੱਛਾ, ਫਿਰ ਇਹਨਾਂ ਨੇ ਸਤਲੁਜ ਜਮਨਾ ਲਿੰਕ ਦਾ ਮੁੱਦਾ ਖੜਾ ਕਰਨ ਦੀ ਕੋਸ਼ਿਸ਼ ਕੀਤੀ ਔਰ ਉਹਦੇ ਵਿੱਚ ਹਰਿਆਣੇ ਦੇ ਜਿਹੜੇ ਨੌਜਵਾਨ ਤਬਕਾ ਵੀ ਆ ਤੇ ਜਿਹੜੇ ਕਿਸਾਨ ਵੀ ਆ ਉਹਨਾਂ ਦੀ ਦਾਦ ਦੇਣੀ ਪੈਣੀ ਆ ਵੀ ਉਹਨਾਂ ਨੇ ਕਿਹਾ ਵੀ ਇਹਦੇ ਨਾਲ ਇਹਦਾ ਕੋਈ ਲਿੰਕ ਨਹੀਂ ਹੈ। This is a separate issue. ਠੀਕ ਹੈ। ਸੋ ਉਹ ਜਿਹੜੀ ਚੀਜ਼ ਹੈ ਨਾ ਉਹ ਇੱਕ ਆਲ ਆਫ ਸਡਨ ਜਿੱਦਾਂ ਨਾ ਉਹ ਕਹਿੰਦੇ ਹੁੰਦੇ ਆ ਵੀ ਬੰਦਾ ਓਵਰਨਾਈਟ ਮੈਚੁਰ ਹੋ ਗਿਆ, ਠੀਕ ਹੈ ਨਾ, ਉਹਨਾਂ ਨੂੰ ਇਹ ਚੀਜ਼ ਦਿਸਦੀ ਸੀ ਕਿਤੇ ਨਾ ਕਿਤੇ ਬੈਠ ਕੇ ਉਹਨਾਂ ਨੇ ਇਹ ਚੀਜ਼ਾਂ ਸੋਚੀਆਂ ਹੋਣੀਆਂ ਵੀ ਸਾਡੇ ਨਾਲ ਇਹ ਕੰਮ ਹੋ ਸਕਦਾ ਤੇ ਅਸੀਂ ਉਹਨੂੰ ਕਿੱਦਾਂ ਟੈਕਲ ਕਰਨਾ। ਪਰ ਉਹ ਮੈਚੁਰ ਤਾਂ ਪਹਿਲਾਂ ਤੋਂ ਹੀ ਸੀਗੇ, ਬਟ ਹਾਂ ਜਿੱਦਾਂ ਹੁੰਦਾ ਨਾ ਵੀ ਸਾਨੂੰ ਅਹਿਸਾਸ ਨਹੀਂ ਹੁੰਦਾ ਉਸ ਗੱਲ ਦਾ। ਔਰ ਇਹਦੇ ਵਿੱਚ ਇੱਕ ਹੋਰ ਚੀਜ਼ ਜਿਹੜੀ ਬਹੁਤ ਇੰਪੋਰਟੈਂਟ ਹੈ ਉਹ ਤੁਸੀਂ ਦੇਖੀ ਹੋਣੀ ਹੈ ਭਈ ਪ੍ਰਾਈਮ ਮਿਨਿਸਟਰ ਮੋਦੀ ਦਾ 18,000 ਕਰੋੜ ਰੁਪਈਆ ਬਣਨਾ, 500 ਰੁਪਈਆ ਪਰ ਫੈਮਿਲੀ ਫਾਰਮਰ ਨੂੰ ਦੇਣਾ, ਉਹ ਕਿੰਨਾ ਕੁ ਮੀਡੀਆ ਦੇ ਉੱਤੇ ਦਿਖਾਲਿਆ ਗਿਆ, ਠੀਕ ਹੈ। ਪਰ ਐਟ ਦਾ ਸੇਮ ਟਾਈਮ ਜਿਹੜਾ ਕਿਸਾਨਾਂ ਦਾ ਜਿਹੜਾ ਅੰਦੋਲਨ ਚੱਲ ਰਿਹਾ ਹੈਗਾ, I think it's 2,000 rupees. ਉਹ whatever it is, yes, it's still peanuts, you know, 2,000 ਆ ਜਿਹੜੇ 4 ਮਹੀਨਿਆਂ ਦੇ ਹੋਣੇ ਆ, ਪਰ ਮੰਥ ਮੇਰੇ ਖਿਆਲ 500 ਬਣਦਾ, ਸਾਲ ਦਾ 6,000 ਆ ਜਿੱਥੋਂ ਤੱਕ ਮੈਨੂੰ ਪਤਾ। ਪਰ ਹੋ ਸਕਦਾ ਕੋਈ ਚੇਂਜ ਆ ਗਈ ਹੋ, ਬਟ ਸਟਿਲ 500 ਰੁਪਈਆ ਹੋਵੇ, 2,000 ਹੋਇਆ, ਤੁਸੀਂ ਪੰਜਾਬ ਦੇ ਵਿੱਚ ਮੈਨੂੰ ਇੰਨਾ ਪਤਾ ਵੀ ਤੁਸੀਂ ਆਪਣੇ ਪਰਿਵਾਰ ਦੇ ਨਾਲ ਜੇ ਰੋਟੀ ਖਾਣ ਜਾਂਦੇ ਹੋ ਨਾ 2,000 ਦੇ ਵਿੱਚ ਤੁਸੀਂ ਰੋਟੀ ਖਾ ਕੇ ਉੱਠ ਨਹੀਂ ਸਕਦੇ ਪਰਿਵਾਰ ਦੇ ਨਾਲ, ਜੇ ਸਹੀ ਰੋਟੀ ਖਾਣੀ ਤਾਂ, ਠੀਕ ਹੈ। ਸੋ ਦੈਟ ਡਜ਼ਨਟ ਮੈਟਰ, ਬਟ ਦ ਇਸ਼ੂ ਫਾਰ ਮੀ ਵਾਟ ਆਈ ਐਮ ਟਰਾਈਂਗ ਟੂ ਸੇ ਹੇਅਰ ਇਜ਼ ਕਿ ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਉਹ ਇਹ ਆ ਭਈ ਕਿਸਾਨਾਂ ਦੇ ਮੁੱਦੇ ਨੂੰ ਬਰਾਬਰ ਦਾ ਟਾਈਮ ਦੇਣਾ, ਉਹਨਾਂ ਦੇ ਮੁੱਦੇ ਨੂੰ ਦਿਖਾਉਣਾ, ਹਾਂਜੀ। ਉਹ ਆਲ ਆਫ ਸਡਨ ਚਾਈਨਾ ਦਾ ਬਾਰਡਰ ਇਸ਼ੂ ਵੀ ਖਤਮ ਹੋ ਗਿਆ ਇਹਨਾਂ ਦਾ, ਪਾਕਿਸਤਾਨ ਦਾ ਵੀ ਖਤਮ ਹੋ ਗਿਆ, ਕਸ਼ਮੀਰ ਦਾ ਵੀ ਖਤਮ ਹੋ ਗਿਆ, ਐਵਰੀਥਿੰਗ ਸਟਾਪ। ਵੀ ਅਸੀਂ ਇਹਨਾਂ ਨੂੰ ਪੰਜਾਬੀਆਂ ਨੂੰ ਇਨ ਜਨਰਲ ਅਤੇ ਸਰਦਾਰਾਂ ਨੂੰ ਖਾਸ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਟੈਰੋਰਿਸਟਾਂ ਦੇ ਨਾਲ ਐਡ ਕਰ ਦਈਏ ਤਾਂ ਕਿ ਬਾਕੀ ਦਾ ਮੁਲਕ ਹੈ ਜਿਹੜਾ ਸਾਡੇ ਮਗਰ ਆ ਜਾਵੇ। ਔਰ ਇਹਦੇ 'ਚ ਜਾਣੀ ਕਿ ਭਈ ਮੇਰੇ ਦਿਮਾਗ ਦੇ ਵਿੱਚ ਕੋਈ ਦੋ ਰਾਮਾ ਨਹੀਂ। ਔਰ ਦਾਦ ਦੇਣੀ ਪੈਂਦੀ ਉਹਨਾਂ ਦੀ ਵੀ ਜਿਨ੍ਹਾਂ ਨੇ ਉਹਨਾਂ ਨੂੰ ਹੁਣ ਤੱਕ ਕਾਮਯਾਬ ਨਹੀਂ ਹੋਣ ਦਿੱਤਾ। ਔਰ ਉਸ ਦੇ ਨਾਲ ਇੱਕ ਹੋਰ ਚੀਜ਼ ਆ, ਬਾਹਰ ਜਿਹੜੀਆਂ ਜਥੇਬੰਦੀਆਂ ਬੈਠੀਆਂ ਆ, ਮੈਂ ਨਾ ਉਹਨਾਂ ਬੰਦਿਆਂ ਦੇ ਨਹੀਂ ਲੈਣਾ ਚਾਹੁੰਦਾ ਕਿਉਂਕਿ ਅਸੀਂ ਸਾਰੇ ਹੀ ਜਾਣਦੇ ਹਾਂ, ਉਹਨਾਂ ਦਾ ਜ਼ੋਰ ਲੱਗਾ ਵੀ ਅਸੀਂ ਇਹਨੂੰ ਆਪਣੇ ਨਾਲ ਲਾ ਕੇ ਤਾਂ ਅਸੀਂ ਪੈਸੇ 4 ਹੋਰ ਬਣਾ ਲਈਏ, ਐਂਡ ਦੇ ਆਰ ਪੇਡ ਬਾਏ ਦਾ ਗਵਰਨਮੈਂਟ। ਯੈਸ, ਬਟ ਗੱਲ ਇਹ ਹੈ ਨਾ ਕਿੰਨੇ ਲੋਕ ਨੇ ਜਿਹੜੇ ਇਸ ਗੱਲ ਨੂੰ ਸਮਝਦੇ ਆ, ਇਹ ਨਾ, ਠੀਕ ਹੈ। ਤੁਸੀਂ ਦੇਖੋ ਗੱਲ ਇਹ ਹੈ ਵੀ ਇੱਥੇ ਮੈਂ ਇਹ ਨਹੀਂ ਕਹਿੰਦਾ ਵੀ ਆਪਾਂ ਪੂਰੀ ਤਰ੍ਹਾਂ ਸਪੋਰਟ ਆ, ਅਸੀਂ ਵੀ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਣ ਵਾਸਤੇ ਗਏ ਹਾਂ, ਜਿਸ ਦਿਨ ਇੰਡੀਅਨ ਕਾਉਂਸਲੇਟ ਦੇ ਸਾਹਮਣੇ ਗਏ, ਬਾਕੀ ਮੁਲਕਾਂ ਦੇ ਵਿੱਚ ਵੀ ਲੋਕ ਗਏ ਆ, ਇੰਗਲੈਂਡ ਦੇ ਵਿੱਚ ਹੋਇਆ, ਇੰਗਲੈਂਡ ਦੇ ਵਿੱਚ ਕਈ ਜਗ੍ਹਾ ਤੇ ਹੋਇਆ, ਹੋਰ ਬਾਕੀ ਕੰਟਰੀਜ਼ ਦੇ ਵਿੱਚ ਵੀ, ਹਰ ਕੰਟਰੀਜ਼ ਦੇ ਵਿੱਚ ਇਹ ਹੋ ਰਿਹਾ ਹੈ, ਠੀਕ ਹੈ। ਔਰ ਸਾਡਾ ਰਾਈਟ ਬਣਦਾ ਅਸੀਂ ਜਾਈਏ, ਅਗਰ ਸਾਡੇ ਘਰ ਦੇ ਉੱਤੇ ਅੱਜ ਬਣਿਆ ਹੀ ਹੈ ਤਾਂ ਕਿਉਂ ਨਹੀਂ ਹੈ ਨਾ ਇਹ ਗੱਲ ਕਹਿਣੀ ਗਵਰਨਮੈਂਟ ਨੂੰ ਵੀ ਹਾਂ ਯੂ ਆਰ ਡੂਇੰਗ ਇਟ ਰੋਂਗ, ਠੀਕ ਹੈ, ਨਹੀਂ ਦਿਸ ਇਜ਼ ਨਾਟ ਦ ਰਾਈਟ ਵੇ। ਬਟ ਹਾਂ ਉਹ ਜਿਹੜੇ ਕੁਝ ਲੋਕ ਨੇ, ਚੰਦ ਲੋਕ ਨੇ ਉੱਥੇ ਜਾ ਕੇ ਨਾਅਰੇ ਮਾਰਦੇ ਆ ਜਾਂ ਕੀ ਹੈ, ਬੇਸਿਕਲੀ ਤਾਂ ਜੋ ਵੀ ਉਹਨਾਂ ਦਾ ਏਜੰਡਾ, ਚਲੋ ਵੀ ਆਰ ਨਾਟ ਗੋਇੰਗ ਟੂ ਦੈਟ ਸਾਈਡ। ਬਟ ਜਿਹੜਾ ਸਵਾਲ ਮੇਰਾ ਸ਼ੁਰੂ 'ਚ ਸੀ ਨਾ ਵੀ ਆਈ ਸਟਿਲ ਵਾਂਟ ਟੂ ਨੋ ਦੈਟ ਵੀ ਜਿਹੜਾ ਫਿਊਚਰ ਹੈ ਜਦੋਂ ਇਲੈਕਸ਼ਨ ਹੋਣੀ ਆ 2022 ਦੀ, ਕਿਉਂਕਿ ਮੈਨੂੰ ਲੱਗਦਾ ਵੀ ਮੈਨੂੰ ਨਹੀਂ ਪਤਾ ਵੀ ਦਿੱਲੀ ਦੇ ਵਿੱਚੋਂ ਅਸੀਂ ਕਿਸ ਤਰੀਕੇ ਘਰ ਵਾਪਸ ਜਾਣਾ, ਬਟ ਡਿਸਪਾਈਟ ਆਲ ਦੈਟ ਜਿਹੜਾ ਫਿਊਚਰ ਹੈ 2022 ਦੀ ਇਲੈਕਸ਼ਨ ਹੈ ਜਿਹੜੀ ਹੋਣੀ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਹੋਣੀ ਆ, ਤੁਹਾਨੂੰ ਲੱਗਦਾ ਵੀ ਜਿਸ ਤਰ੍ਹਾਂ ਕਿ 32 ਦੀਆਂ 32 ਕਿਸਾਨ ਜਥੇਬੰਦੀਆਂ ਨੇ ਆ ਕੇ ਪਲੱਸ ਹਰਿਆਣਾ ਪਲੱਸ ਦੇਸ਼ ਦੀਆਂ ਬਾਕੀ ਕਿਸਾਨ ਜਥੇਬੰਦੀਆਂ ਨੇ ਇੱਕ ਮੋਰਚਾ ਬਣਾਇਆ ਜਿਹਦਾ ਨਾਂ ਹੈ ਕਿਸਾਨ ਏਕਤਾ ਮੋਰਚਾ, ਰਾਈਟ, ਡੂ ਯੂ ਰੀਅਲੀ ਥਿੰਕ ਵੀ ਇਹ ਜਿਹੜੀ ਹੈ ਕੱਲ੍ਹ ਨੂੰ ਕਨਵਰਟ ਕੀਤੀ ਜਾ ਸਕਦੀ ਹੈ ਪੋਲੀਟੀਕਲ ਪਾਰਟੀ ਦੇ ਵਿੱਚ? ਕਿਉਂਕਿ ਇਹ ਲੋਕ ਅੱਜ ਬੜੇ ਸੂਝਵਾਨ ਨੇ, ਬੜੇ ਸੂਝਵਾਨੀ ਨਾਲ ਬਿਆਨ ਦਿੰਦੇ ਆ, ਠੀਕ ਹੈ,
ਬੜੇ ਸੂਝਵਾਨੀ ਨਾਲ ਸਭ ਕੁਝ ਹੋ ਰਿਹਾ, ਮੋਰਚਾ ਚੱਲ ਰਿਹਾ, ਬੜੇ ਸ਼ਾਂਤਮਈ ਤਰੀਕੇ ਨਾਲ ਚਲਾ ਰਹੇ ਆ। 2 ਦਿਨ ਕਿਸੇ ਨੂੰ ਘਰ ਰੱਖਣਾ ਔਖਾ ਹੁੰਦਾ, ਤੁਸੀਂ ਲੱਖਾਂ ਲੋਕਾਂ ਨੂੰ ਸਾਂਭੀ ਬੈਠੇ ਹੋ। ਸਹੀ ਗੱਲ ਹੈ, ਠੀਕ ਹੈ, ਕੋਈ ਸ਼ੱਕ ਨਹੀਂ ਹੈ, ਹਾਂ, ਕੋਈ ਸ਼ੱਕ ਨਹੀਂ ਹੈ। ਸੋ ਇਸ ਕਰਕੇ ਇਹ ਬੜੀ ਵੱਡਾ ਮੈਸੇਜ ਆ ਰਿਹਾ। 2022 ਦੀ ਇਲੈਕਸ਼ਨ ਨੂੰ ਕਿਸ ਤਰੀਕੇ ਦੇਖਦੇ ਹੋ? ਦੇਖੋ, ਪੋਲਿਟਿਕਸ ਇੱਕ ਐਸੀ ਚੀਜ਼ ਆ ਕਿ ਈਵਨ 24 ਆਵਰਸ ਸਮ ਟਾਈਮ ਇਜ਼ ਟੂ ਮਚ ਟਾਈਮ ਟੂ ਪ੍ਰੈਡਿਕਟ ਰਾਈਟ। ਠੀਕ ਹੈ ਜੀ। ਜਿੱਥੋਂ ਤੱਕ ਤਾਂ ਹੈਗਾ ਨੈਸ਼ਨਲ ਪੋਲਿਟਿਕਸ ਦਾ ਸਵਾਲ, ਮੈਨੂੰ ਅਜੇ ਕੋਈ ਵੀ ਇਦਾਂ ਦਾ ਸ਼ਖਸ ਨਜ਼ਰ ਨਹੀਂ ਆ ਰਿਹਾ ਜਿਹੜਾ ਕਿ ਮੋਦੀ ਨੂੰ ਰਿਪਲੇਸ ਕਰ ਸਕਦਾ। ਰਾਈਟ। ਠੀਕ ਹੈ ਜੀ। ਨੋ ਵੀ ਆਰ ਨਾਟ ਗੋਇੰਗ ਟੂ देयर ਯੈਟ। ਮੈਂ ਤੁਹਾਨੂੰ ਦੱਸ ਰਿਹਾ ਨਾ, 22 ਆ ਗਿਆ, ਉਹਦੇ ਮਗਰ ਹੀ 24 ਆ ਜਾਣਾ ਹੈ। ਇਟਸ ਨਾਟ ਦੈਟ ਫਾਰ। ਕਿਉਂਕਿ 22 ਦੀਆਂ ਜਿਹੜੀਆਂ ਇਲੈਕਸ਼ਨਾਂ ਆ ਉਹਨਾਂ ਨੇ 24 ਦੀ ਪ੍ਰੈਡਿਕਸ਼ਨ ਟੂ ਸਮ ਐਕਸਟੈਂਟ ਕਰਨੀ ਹੈ। ਰਾਈਟ। ਠੀਕ ਹੈ ਜੀ। ਹੁਣ ਬਿਹਾਰ ਦੇ ਵਿੱਚ ਇੰਨਾ ਕੁਛ ਹੋਣ ਦੇ ਬਾਵਜੂਦ ਜਿੱਥੇ ਲੱਗਦਾ ਸੀ ਪਈ ਜੀ ਬੀਜੇਪੀ ਹਾਰ ਜਾਊ, ਬੀਜੇਪੀ ਸਟਿਲ ਕੇਮ ਇਨਟੂ ਪਾਵਰ। ਉਹ ਪਿੱਛੇ ਜਿੰਨੀਆਂ ਮਰਜ਼ੀ ਜਮ੍ਹਾਂ ਘਟਾਓ ਕਰੀ ਜਾਓ ਜੀ, ਮਸ਼ੀਨਾਂ ਚਾਹ ਕਰਤਾ, ਮਸ਼ੀਨਾਂ ਚਾਹ ਕਰ ਦਿੱਤਾ, ਆਹ ਹੋ ਗਿਆ, ਉਹ ਹੋ ਗਿਆ। ਸਵਾਲ ਹੈ ਜਿਹੜਾ ਉਹ ਇਸ ਚੀਜ਼ ਦਾ ਨਹੀਂ ਹੈ, ਸਵਾਲ ਇਸ ਚੀਜ਼ ਦਾ ਆ ਭਈ 2022 ਦੇ ਵਿੱਚ ਜਿਹੜੀਆਂ ਸਟੇਟਸ ਦੇ ਵਿੱਚ ਇਲੈਕਸ਼ਨਸ ਹੋਣੀਆਂ, ਠੀਕ ਹੈ ਜੀ, ਵੀ ਉਹਨਾਂ ਦਾ ਮੋਹਰਾ ਕਿੱਦਾਂ ਦਾ ਹੋਊਗਾ। ਹੁਣ ਇਹਨਾਂ ਨੂੰ ਬੀਜੇਪੀ ਸਰਕਾਰ ਨੂੰ ਪਿਛਲੇ ਮੇਰਾ ਖਿਆਲ ਆ ਭਈ 4 ਸਾਲ ਤੋਂ ਇਹ ਰੌਲਾ ਪਾ ਰਹੇ ਆ ਵੀ ਸਟੇਟਾਂ ਦੀ ਇਲੈਕਸ਼ਨ ਤੇ ਫੈਡਰਲ ਇਲੈਕਸ਼ਨ ਇੱਕੋ ਦਿਨ ਹੋਣੀਆਂ ਚਾਹੀਦੀਆਂ। ਅੱਜ ਦੀ ਡੇਟ ਦੇ ਵਿੱਚ ਬੀਜੇਪੀ ਦੇ ਕੋਲ ਇੰਨੀ ਕੁ ਪਾਵਰ ਆ ਭਈ ਉਹਨਾਂ ਨੂੰ ਕੋਈ ਵੀ ਐਸੀ ਤਾਕਤ ਨਹੀਂ ਜਿਹੜੀ ਰੋਕ ਸਕੇ ਬਿੱਲ ਪਾਸ ਕਰਨੇ ਨੂੰ। ਟਰੂ। ਠੀਕ ਹੈ। ਔਰ ਲੋਕ ਸਭਾ 'ਚ ਵੀ ਹੈਗੇ ਆ, ਰਾਜ ਸਭਾ 'ਚ ਵੀ ਹੈਗੇ ਆ, ਪ੍ਰੈਜ਼ੀਡੈਂਟ ਨੇ ਸਾਈਨ ਕਰ ਦੇਣਾ। ਜੇ ਉਹ ਕਾਨੂੰਨ ਬਣ ਗਿਆ ਤਾਂ ਉਹ ਇਲੈਕਸ਼ਨ ਫਿਰ 22 ਦੀ ਬਜਾਏ ਉਹ 24  'ਚ ਹੀ ਹੋਣੀ। ਠੀਕ ਹੈ। ਠੀਕ ਹੈ ਜੀ। ਸੋ ਇਹ ਜਿੰਨੀਆਂ ਵੀ ਇਹ ਕੈਲਕੂਲੇਸ਼ਨਾਂ ਹੈ ਨਾ, ਹਾਂ ਇੰਨਾ ਜ਼ਰੂਰ ਮੈਂ ਕਹੂੰਗਾ ਕਿ ਜਿਹੜੀ ਵੀ ਅਗਲੀ ਇਲੈਕਸ਼ਨ ਹੋਣੀ ਆ ਉਹਦੇ ਵਿੱਚ ਚਾਹੇ ਬੀਜੇਪੀ ਆ ਕੈਂਡੀਡੇਟ ਭੇਜ ਰਹੀ, ਚਾਹੇ ਕਾਂਗਰਸ ਵਾਲੇ ਆ, ਚਾਹੇ ਉੱਥੋਂ ਦੀਆਂ ਸਥਾਨਕ ਪੋਲੀਟੀਕਲ ਪਾਰਟੀਆਂ ਆ, ਉਹਨਾਂ ਨੂੰ ਕਿਸਾਨਾਂ ਦਾ ਜਿਹੜਾ ਉਹ ਮੋਹਰਾ ਆ ਨਾ, ਜਿਹੜਾ ਭਈ ਉਹ ਬੰਜਰ ਜ਼ਮੀਨ ਦੇ ਉੱਤੇ ਔੜ ਲੱਗੀ ਦੇ ਉੱਤੇ ਪਾਟੀ ਹੋਈ ਧਰਤੀ ਦੇ ਉੱਤੇ ਪੈਰਾਂ ਭਾਰ ਬੈਠਾ ਆ, ਸੋਟੀ ਹੱਥ 'ਚ ਫੜੀ ਹੋਈ ਤਾਂ ਰੋਣ ਲੱਗਾ ਆ, ਉਹ ਜਿਹੜਾ ਚਿਹਰਾ ਮੋਹਰਾ ਆ ਨਾ ਉਹ ਚੇਂਜ ਹੋ ਰਿਹਾ ਹੁਣ। ਔਰ ਉਹ ਚੇਂਜ ਆ ਜਿਹੜੀ ਔਰ ਉਹ ਚੇਂਜ ਆ ਜਿਹੜੀ ਨਾ, ਉਹ ਚੇਂਜ ਆ ਜਿਹੜੀ, ਉਸ ਚੇਂਜ ਨੇ ਉਸ ਮੁਲਕ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਚੇਂਜਸ ਲਿਆਉਣੀਆਂ ਜਿਹਨਾਂ ਦਾ ਡਾਊਨ ਦਾ ਰੋਡ ਇਫੈਕਟ ਪੈਣਾ। ਔਰ ਇਹਨਾਂ ਚੇਂਜਸ ਦੇ ਵਿੱਚ ਇੱਕ ਚੀਜ਼ ਸਾਨੂੰ ਬਿਲਕੁਲ ਨਹੀਂ ਭੁੱਲਣੀ ਚਾਹੀਦੀ, ਉਹ ਇਹ ਆ ਕਿ ਗੌਰਮੈਂਟ ਦੇ ਆਪਣੇ ਫੰਡਿੰਗ ਅਵੇਲੇਬਿਲਿਟੀ ਔਰ ਗੌਰਮੈਂਟ ਦੀਆਂ ਕ੍ਰੀਏਟ ਕੀਤੀਆਂ ਕਾਰਪੋਰੇਸ਼ਨ ਜਿਨ੍ਹਾਂ ਨੂੰ ਗੌਰਮੈਂਟ ਦੇ ਅਨਲਿਮਿਟਿਡ ਅਧਿਕਾਰ ਦਿੱਤੇ ਹੋਆ ਔਰ ਉਹਨਾਂ ਨੂੰ ਪੈਸਾ ਬਣਾਉਣ ਦੀ ਖੁੱਲ੍ਹ ਦਿੱਤੀ ਹੋਈ ਆ, ਉਹਨਾਂ ਨੇ ਗੌਰਮੈਂਟ ਵਾਸਤੇ ਪੈਸੇ ਆ ਜਿਹੜੇ ਉਹ ਖਰਚਣੇ ਹੀ ਖਰਚਣੇ। ਠੀਕ ਹੈ ਜੀ। ਔਰ ਉਸ ਮਨੀ ਨੂੰ ਕਾਊਂਟਰ ਕਰਨਾ ਇੰਨਾ ਸੌਖਾ ਨਹੀਂ ਹੁੰਦਾ। ਠੀਕ ਹੈ। ਠੀਕ ਹੈ ਨਹੀਂ। ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ, ਵੀ ਨੀਡ ਟੂ ਲੁੱਕ ਐਟ ਦੈਟ, ਵੀ ਨੀਡ ਟੂ ਅੰਡਰਸਟੈਂਡ ਦੈਟ and then make a prediction. Can I make any prediction today? I can't. But at the same time ਜਿਹੜੀ prediction ਮੈਂ ਤੁਹਾਨੂੰ ਜਿਹੜੀ ਕਹੀ ਆ ਉਹ ਇਹੀ ਆ ਕਿ ਜਿਹੜੀਆਂ ਗਰਾਊਂਡ ਲੈਵਲ ਦੇ ਉੱਤੇ ਜਿਹੜੀਆਂ ਚੇਂਜਸ ਆਉਣੀਆਂ ਨਾ, those changes are going to be drastic, ਕਿਉਂਕਿ ਕਈ ਇੱਕ ਸਟੇਟਾਂ ਦੇ ਵਿੱਚ ਕਿਸਾਨਾਂ ਨੂੰ ਪਤਾ ਹੀ ਹੋਣ ਲੱਗ ਰਿਹਾ ਵੀ ਇਹ ਮਿਨੀਮਮ ਸਪੋਰਟ ਪ੍ਰਾਈਸ ਕੀ ਹੈ। MSP ਹੁੰਦੀ ਕੀ ਆ? ਉਹ ਕਹਿੰਦੇ ਇਹ ਕਿਹੜੀ ਬਲਾ ਆ। ਹਾਂਜੀ, ਉਹਨਾਂ ਨੂੰ ਪਤਾ ਹੀ ਨਹੀਂ ਇਸ ਚੀਜ਼ ਦਾ। ਔਰ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਇਹਨਾਂ ਚੀਜ਼ਾਂ ਦਾ ਜਿਹੜਾ ਅਲਟੀਮੇਟਲੀ ਯੈਸ ਇਟ ਇਜ਼ ਗੋਇੰਗ ਟੂ ਮੇਕ ਅ ਡਿਫਰੈਂਸ। ਓਕੇ। ਅੱਛਾ, ਫਿਰ ਵੀ ਮੈਂ ਸਵਾਲ ਸਿੱਧੇ ਤੌਰ 'ਤੇ ਕਹਿ ਲਓ ਜਾਂ ਸਿੱਧੇ ਤੌਰ 'ਤੇ ਫਿਰ ਮੈਂ ਇੱਕ ਵਾਰ ਫਿਰ ਜਾਣਨਾ ਚਾਹੁੰਦਾ, ਕਿਉਂਕਿ ਲੋਕ ਇਸ ਨੂੰ ਹੁਣ ਅੱਗੇ ਜਿਹੜੀ ਉਹ ਪ੍ਰੈਡਿਕਸ਼ਨ ਕਹਿ ਲਓ ਜਾਂ ਅਜੰਪਸ਼ਨ ਕਹਿ ਲਓ ਵੀ ਐਟ ਸਮ ਪੁਆਇੰਟ ਉਹ ਅਜ਼ਿਊਮ ਕਰ ਰਹੇ ਆ ਵੀ ਯੈਸ ਅਗਰ ਕਿਸਾਨ ਏਕਤਾ ਮੋਰਚਾ ਜਾਂ ਕੋਈ ਹੋਰ ਮਤਲਬ ਜਿਹਨੂੰ ਕਿਸਾਨ ਇਕੱਠੇ ਹੋ ਕੇ ਇੱਕ ਪਾਰਟੀ ਦਾ ਨਾਮ ਦੇ ਲੈਣ, ਡੂ ਯੂ ਰੀਅਲੀ ਬਿਲੀਵ ਵੀ ਕਿ ਦੇ ਆਰ ਏਬਲ ਟੂ ਮੇਕ ਸਮ ਡਿਫਰੈਂਸ ਜੇ ਉਹ ਆਪਣੇ ਕੈਂਡੀਡੇਟ ਖੜੇ ਕਰਦੇ ਆ 2022 ਦੇ ਵਿੱਚ? ਲੈਟਸ ਸੀ ਵੀ ਇਲੈਕਸ਼ਨ ਹੁੰਦੀ ਆ, ਅਗਰ ਉਹ ਰੂਲ ਨਹੀਂ ਚੇਂਜ ਹੁੰਦਾ ਐਟ ਵਨ ਟਾਈਮ ਵੀ ਜਿਹੜੀ ਫੈਡਰਲ ਔਰ ਸਟੇਟ ਦੀ ਇਲੈਕਸ਼ਨ ਹੈ, ਤਾਂ
do you really think they can make some difference? ਦੇਖੋ ਇੱਕ ਚੀਜ਼ ਜਿਹੜੀ ਕਿ ਅਗੇਨ ਮੈਨੂੰ ਪਤਾ ਸਵਾਲ ਉਹੀ ਹੈ, ਤੁਸੀਂ ਉਹਨੂੰ Twist ਕਰਕੇ ਟਵਿਸਟ ਕੀਤਾ ਹੈ। ਵੋਟਾਂ ਨੰਬਰ ਆਫ ਵੋਟਸ ਉਹੀ ਆ, ਠੀਕ ਹੈ ਜੀ। ਕੁਛ ਇੱਕ ਪਰਸੈਂਟੇਜ ਉਹ ਕਮਿਟਡ ਹੁੰਦੀ ਹੈ ਵੋਟਾਂ, ਜਿਹੜੀਆਂ ਬੀਜੇਪੀ ਨਾਲ ਕਮਿਟਡ ਉਹ ਬੀਜੇਪੀ ਨਾਲ ਹੀ ਕਮਿਟਡ ਰਹਿਣੀਆਂ, ਜਿਹੜੀਆਂ ਸਥਾਨਕ ਪਾਰਟੀ ਨਾਲ ਕਮਿਟਡ ਹੈ ਉਹ ਸਥਾਨਕ ਪਾਰਟੀ ਨਾਲ ਕਮਿਟਡ ਰਹਿਣੀਆਂ। ਉਹ ਜਿਹੜਾ ਵਿੱਚ ਨਾ 10% 10 ਤੋਂ 12% ਦਾ ਮਾਰਜਨ ਹੁੰਦਾ ਪਲੱਸ ਮਾਈਨਸ ਦਾ, ਉਹ ਸ਼ਿਫਟ ਹੋਣਾ, ਉਹ ਸ਼ਿਫਟ ਹੋਣਾ ਹੁੰਦਾ। ਜਿਹੜੀ ਇਹ ਕਿਸਾਨ ਏਕਤਾ ਜਿਹੜੀ ਯੂਨੀਅਨ ਜਿਹੜੀ ਹੈਗੀ ਆ, ਇਸ ਯੂਨੀਅਨ ਨੂੰ ਨਾ ਕਿ ਉਹ ਪਰ ਉਹਨਾਂ ਨੂੰ ਨਾਲ ਬੀਜੇਪੀ ਦੇ ਬੰਦੇ ਤੇ ਨਾਲ ਦੂਜੇ ਸਥਾਨਕ ਪਾਰਟੀਆਂ ਦੀਆਂ, ਜਿੰਨਾ ਚਿਰ ਉਹ ਵੋਟਾਂ ਜਿਹੜੀਆਂ ਉਹ ਕੰਸੋਲੀਡੇਟ ਨਹੀਂ ਹੁੰਦੀਆਂ ਨਾ, ਉਹਨਾਂ ਚਿਰ ਉਹਨਾਂ ਦਾ ਸਥਾਨਕ ਤੌਰ ਦੇ ਉੱਤੇ ਕੋਈ ਵੀ ਸਰਕਾਰ ਬਣਾਉਣੀ ਇੰਨੀ ਸੌਖੀ ਨਹੀਂ ਹੈ। ਐਂਡ ਦ ਸੈਕੰਡ ਥਿੰਗ ਇਜ਼ ਕਿ ਇੱਕ ਚੀਜ਼ ਸਾਨੂੰ ਕਦੀ ਨਹੀਂ ਭੁੱਲਣੀ ਚਾਹੀਦੀ ਕਿ ਪਾਵਰ ਇੱਕ ਐਸੀ ਚੀਜ਼ ਆ ਵੀ ਕਿਸੇ ਨੂੰ ਵੀ ਇੰਨਾ ਕੁ ਨਸ਼ਈ ਕਰ ਸਕਦੀ ਆ। ਵੀ ਅਗੇਨ ਲਾਈਕ ਆਈ ਸੈਡ ਕਿ ਗੌਰਮੈਂਟ ਕੋਲ ਇੰਨੇ ਕੁ ਹਥਿਆਰ ਆ ਕਿ ਕਈ ਵਾਰੀ ਗੌਰਮੈਂਟ ਹੈ ਜਿਹੜੀ ਗੌਰਮੈਂਟ ਅਗਲੀ ਗੌਰਮੈਂਟ ਸਿੱਟਣ ਨੂੰ ਪਹਿਲਾਂ ਕਾਂਗਰਸ ਕਰਦੀ ਰਹੀ, ਹੁਣ ਬੀਜੇਪੀ ਵਾਲੇ ਕਰਦੇ ਆ ਵੀ ਕਹਿੰਦੇ ਠੀਕ ਆ ਤੂੰ ਆ ਜਾ ਯਾਰ, ਤੈਨੂੰ ਚੀਫ ਮਿਨਿਸਟਰੀ ਦੇਵਾਂਗੇ, 2 ਦਿਨ ਬਿਠਾ ਕੇ ਤੀਜੇ ਦਿਨ ਉਹ ਲਾ ਕੇ ਲੰਬੇ ਮਾਰਦੇ ਆ, ਇਲੈਕਸ਼ਨ ਕਰਾਉਂਦੇ, ਆਪਣੀ ਗੌਰਮੈਂਟ ਬਣਾ ਲੈਂਦੇ ਆ, ਠੀਕ ਹੈ ਨਾ। ਸੋ ਵੀ ਸ਼ੁੱਡ ਨਾਟ ਫੋਰਗੈਟ ਦੈਟ ਕਾਈਂਡ ਆਫ ਡਰਟੀ ਪੋਲੀਟਿਕਸ ਮੈਂਟੈਲਿਟੀ। ਤੁਸੀਂ ਸਭ ਕੁਝ ਛੱਡੋ, ਆਪਾਂ ਅਮਰੀਕਾ 'ਚ ਬੈਠੇ ਹਾਂ, ਇੱਥੇ ਤੁਸੀਂ ਕਰ ਰਹੇ ਹੋ, ਟਰੰਪ ਕੀ ਕਰ ਰਹੇ ਹਨ, ਰਾਈਟ। ਕੁਝ ਦਿਨ ਰਹਿ ਗਏ ਪਰ ਉਹ ਅਜੇ ਵੀ ਯਾਨੀ ਕਿ ਅਖੀਰ ਤੱਕ ਉਹਦਾ ਇਹ ਆ ਕਿ ਔਰ ਇਹਦੇ ਵਿੱਚ ਨਾ ਜਿਹੜਾ ਸਾਰਿਆਂ ਤੋਂ ਵੱਡਾ ਜਿਹੜਾ ਨਾ ਜਿਹੜਾ ਮੈਂ ਸਮਝਦਾ ਉਹ ਇਹ ਆ ਵੀ ਨੁਕਸਾਨ ਮੁਲਕਾਂ ਦਾ ਹੁੰਦਾ। ਉਹੀ ਮੋਦੀ ਨਵਾਜ਼ ਸ਼ਰੀਫ ਦੇ ਘਰ ਵਾਪਸ ਆਉਂਦਾ ਜਹਾਜ਼ ਕਨਵਰਟ ਕਰਾ ਕੇ ਲਾਹੌਰ 'ਚ ਉਤਰ ਕੇ ਲੈਂਡ ਕਰਕੇ ਉਹਦੇ ਘਰ ਜਾਂਦਾ। ਉਹੀ ਮੋਦੀ ਸਾਹਿਬ ਜਦ ਇੰਡੀਆ ਆਉਂਦੇ ਆ ਵਿਦਨ ਏ ਵੀਕ ਉਹ ਪੰਜਾਬ ਉਹਦੇ ਪਾਕਿਸਤਾਨ ਦੇ ਖਿਲਾਫ ਇੱਦਾਂ ਦੀਆਂ ਸਟੇਟਮੈਂਟ ਭੜਕਾਊ ਦਿੰਦੇ ਆ ਵੀ ਬੰਦਾ ਸੋਚ ਵੀ ਨਹੀਂ ਸਕਦਾ। ਹੁਣ ਜਿਹੜੇ ਭਗਤ ਆ ਉਹਨਾਂ ਨੂੰ ਉਹ ਜਹਾਜ਼ ਉਤਰਿਆ ਦਿਸਦਾ ਹੀ ਨਹੀਂ ਹੈ, ਉਹਨਾਂ ਨੂੰ ਸਟੇਟਮੈਂਟ ਦਿਖਾਈ ਦਿੰਦੀ ਹੈ, ਠੀਕ ਹੈ ਨਾ। ਸੋ ਸਾਡੇ ਵਾਸਤੇ ਇਹ ਚੀਜ਼ਾਂ ਜਿਹੜੀਆਂ ਹੈ ਨਾ, ਜਿੰਨਾ ਚਿਰ ਅਸੀਂ ਇਹਨਾਂ ਚੀਜ਼ਾਂ ਨੂੰ ਬੈਠ ਕੇ ਅੰਡਰਸਟੈਂਡ ਕਰਨਾ ਨਹੀਂ ਕਰਦੇ ਉਨਾ ਚਿਰ ਸਾਡੇ ਲਈ ਇਟਸ ਐਨ ਇਸ਼ੂ। ਔਰ ਸਾਡੇ ਜਿਹੜੇ ਪੱਤਰਕਾਰ ਹੈਗੇ ਆ, ਸਾਡੀਆਂ ਜਿਹੜੀਆਂ ਨਿਊਜ਼ ਆਊਟਲੈਟਸ ਹੈਗੀਆਂ ਆ, ਉਹਨਾਂ ਨੂੰ ਇਹਨਾਂ ਇਸ਼ੂਜ਼ ਦੇ ਉੱਤੇ ਵਰਕ ਕਰਨਾ ਪੈਣਾ ਤਾਂ ਕਿ ਲੋਕੀ ਅਵੇਅਰ ਹੋ ਸਕਣ ਵੀ ਜੇ ਅਵਤਾਰ ਸਿੰਘ ਸ਼ੇਰਪੁਰੀ ਕੈਂਡੀਡੇਟ ਆ ਤਾਂ ਘੱਟੋ ਘੱਟ ਇਹਦਾ ਪਿਛੋਕੜ ਦੇਖੀਏ ਵੀ ਇਹ ਕੀ ਕਰੂਗਾ। ਸਾਡੇ ਨਾ ਇੱਕ ਬੜਾ ਆਮ ਚੱਲਦਾ ਹੁੰਦਾ ਆ ਜਾਂ ਗੱਲ ਹੁੰਦੀ ਨਾ ਆਪਣੇ ਨਾ ਸਿੱਖਾਂ ਦੇ ਵਿੱਚ ਖਾਸ ਕਰਕੇ, ਉਹ ਜੀ ਫਲਾਨਾ ਬੰਦਾ ਸੀ, ਬੰਦਾ ਬਹੁਤ ਚੰਗਾ ਸੀ ਪਰ ਉੱਥੇ ਜਾ ਕੇ ਵਿਕ ਗਿਆ। ਉਹ ਜਿਹੜਾ ਬੰਦਾ 2-2 4-4 5-5 ਡਾਲਰ ਇਕੱਠੇ ਕਰਕੇ ਹੁਣ ਤੱਕ ਆਉਂਦਾ ਰਿਹਾ ਆ, ਉਹਨੇ ਵਿਕਣਾ ਹੀ ਵਿਕਣਾ। ਇਹ ਤਾਂ ਤੁਸੀਂ ਦੇਖਣਾ। ਬਿਲਕੁਲ। ਅੱਛਾ, ਇੱਕ ਚੀਜ਼ ਮੈਨੂੰ ਇਹ ਦੱਸੋ ਵੀ ਉੱਥੇ ਚਾਹੇ ਪੰਜਾਬ ਦੇ ਵਿੱਚ ਇਲੈਕਸ਼ਨ ਹੋਵੇ ਜਾਂ ਕੋਈ ਵੀ ਇਸ ਤਰ੍ਹਾਂ ਦਾ ਕਾਰਜ ਹੋਵੇ, ਸਾਡੇ ਖੂਨ ਦੇ ਵਿੱਚ ਹੈ ਵੀ ਅਸੀਂ ਉੱਥੇ ਸਪੋਰਟ ਕਰਨੀ ਆ। ਪੰਜਾਬੀ ਹੁਣ ਵੀ ਸਪੋਰਟ ਕਰ ਰਹੇ ਆ। ਤੁਹਾਡਾ ਕੀ ਸੁਜੈਸ਼ਨ ਹੈ ਵੀ ਵਟ ਕਾਈਂਡ ਆਫ ਸਪੋਰਟ ਔਰ ਹਾਊ ਵੀ ਕੈਨ ਹੈਲਪ ਟੂ them ਰਾਈਟ ਨਾਓ ਔਰ ਵਟ ਇਜ਼ ਦਾ ਰਾਈਟ ਵੇ ਟੂ ਹੈਲਪ? ਮੇਰਾ ਖਿਆਲ ਹੈ ਵੀ ਜਿਹੜੇ ਪੈਸੇ ਭੇਜਣੇ ਆ ਉਹ ਤੁਸੀਂ ਸਰਕਾਰ ਦੇ ਹੱਥਾਂ ਸਿੱਧਾ ਖੇਡ ਰਹੇ ਹੋ, ਕਿਉਂਕਿ ਸਰਕਾਰ ਆਲਰੇਡੀ ਕਹਿ ਰਹੀ ਹੈ ਵੀ ਜੀ ਇਹ ਟੈਰਰਿਸਟ ਐਕਟੀਵਿਟੀਜ਼ ਆ ਬੀਇੰਗ ਫੰਡਡ ਬਾय ਦ ਪੰਜਾਬੀਜ਼ ਹੂ ਆਰ ਲਿਵਿੰਗ ਆਊਟਸਾਈਡ, ਠੀਕ ਹੈ ਜੀ। ਔਰ ਉਸ ਚੀਜ਼ ਨੂੰ ਸਰਕਾਰ ਦੇ ਬੰਦੇ ਖੜੇ ਕੀਤੇ ਹੋਏ ਇੱਥੇ ਜਦ ਕੌਂਸਲੇਟ ਦੇ ਅੱਗੇ ਤੁਸੀਂ ਜਾਂਦੇ ਆ ਵੀ ਜੀ ਅਸੀਂ ਫਾਰਮਰਸ ਵਾਸਤੇ ਪ੍ਰੋਟੈਸਟ ਕਰਨਾ, ਪਰ ਝੰਡੇ ਖਾਲਿਸਤਾਨ ਦੇ ਗੱਡੇ ਹੁੰਦੇ ਤਾਂ ਖਾਲਿਸਤਾਨ ਦੇ ਨਾਅਰੇ ਲੱਗਦੇ ਆ। ਉਹ ਚੀਜ਼ ਹੈ ਜਿਹੜੀ ਉਹ ਮੀਡੀਆ ਫੀਡ ਦੈਟ ਇਨਟੂ ਦਾ ਮਾਈਂਡਸ ਆਫ ਦਾ ਪੀਪਲ, ਠੀਕ ਹੈ। ਸੋ ਇੱਥੋਂ ਜਿਹੜਾ ਵੀ ਤੁਸੀਂ ਪੈਸਾ ਭੇਜੋਗੇ ਡਜ਼ਨਟ ਮੈਟਰ ਕਿਸ ਇੰਟੈਂਸ਼ਨ ਨਾਲ ਤੁਸੀਂ ਭੇਜਦੇ ਹੋ, ਉਹਨੂੰ ਅਬਿਊਜ਼ ਹੋਣਾ ਉਹ ਪੈਸਾ ਉੱਥੇ ਗੌਰਮੈਂਟ ਨੇ ਅਬਿਊਜ਼ ਕਰਨਾ ਆ ਭਈ ਸਾਡਾ ਜੀ ਕਿਹਾ ਆ ਭਈ ਆਹ ਦੇਖੋ ਜੀ ਹਰਪ੍ਰੀਤ ਸਿੰਘ ਤੂਰ ਨੂੰ 5 ਕਰੋੜ ਰੁਪਈਆ ਨਿਊਯਾਰਕ ਤੋਂ ਆਇਆ, ਐਕਸ ਜਥੇਬੰਦੀ ਨੇ ਭੇਜਿਆ ਔਰ ਐਕਸ ਜਥੇਬੰਦੀ ਆ ਜਿਹੜੀ ਉਹ ਟੈਰਰਿਸਟ ਆਰਗੇਨਾਈਜੇਸ਼ਨ ਹੈ। ਸੋ ਤੁਸੀਂ ਕੀ ਸਮਝਦੇ ਹੋ ਵੀ ਤੂਰ ਹਿੰਦੁਸਤਾਨ ਦਾ ਭਲਾ ਚਾਹੂਗਾ?
ਗਵਰਨਮੈਂਟ ਦੇ ਹੱਥਾਂ 'ਚ ਚਲ ਗਿਆ ਨਾ ਸਭ ਕੁਝ, ਠੀਕ ਹੈ ਨਾ। ਸੋ ਮੇਰੇ ਹਿਸਾਬ ਨਾਲ ਸਾਡੇ ਵਾਸਤੇ ਜਿਹੜਾ ਬਹੁਤ ਜ਼ਰੂਰੀ ਆ ਉਹ ਇਹ ਆ ਕਿ ਗੌਰਮੈਂਟ ਦੇ ਉੱਤੇ ਜਿਹੜਾ ਅਸੀਂ ਇੱਥੇ ਸਹੀ ਤਰੀਕੇ ਨਾਲ ਬਾਹਰਲੇ ਮੁਲਕਾਂ ਦੇ ਵਿੱਚ ਪ੍ਰੈਸ਼ਰ ਜੇ ਪਾਈ ਰੱਖਦੇ ਹਾਂ, ਔਰ ਅਸੀਂ ਇਹ ਜਿਹੜੀਆਂ ਨਕਲੀ ਜਥੇਬੰਦੀਆਂ ਇਹਨਾਂ ਨੂੰ ਜੇ ਉਹ ਏਜੰਡਾ ਉਹ ਹਾਈਜੈਕ ਨਹੀਂ ਕਰਨ ਦਿੰਦੇ ਤਾਂ ਮੇਰਾ ਖਿਆਲ ਆ ਵੀ ਸਾਡੇ ਵਾਸਤੇ ਦੈਟ ਵਿਲ ਬੀ ਦ ਬਿਗੇਸਟ ਅਚੀਵਮੈਂਟ। ਜਿਹੜੇ ਬੰਦੇ ਪੰਜਾਬ 'ਚ ਬੈਠੇ ਆ, ਮੇਰੀ ਉਹਨਾਂ ਦੇ ਵਿੱਚ ਕਈ ਬੰਦਿਆਂ ਨਾਲ ਗੱਲਬਾਤ ਹੋਈ ਹੈਗੀ ਆ, ਉਹ ਸ਼ਰੇਆਮ ਕਹਿੰਦੇ ਵੀ ਸਾਨੂੰ ਪੈਸੇ ਦੀ ਲੋੜ ਹੀ ਆ, ਸਾਡੇ ਕੋਲ ਸਭ ਕੁਝ ਬਹੁਤ ਆ, ਤੁਸੀਂ ਇੱਥੇ ਜੋ ਕਰ ਸਕਦੇ ਆ ਕਰੋ। ਸੋ ਸਾਨੂੰ ਇਹਨਾਂ ਮੁਲਕਾਂ ਦੇ ਵਿੱਚ ਬੈਠ ਕੇ ਆਪਣੇ ਜਿਹੜੇ ਇਲੈਕਟਡ ਬੰਦੇ ਹੈਗੇ ਆ ਉਹਨਾਂ ਦੇ ਨਾਲ ਤੇ ਜਿਹੜੇ ਥੈਂਕ ਯੂ ਫॉर दैट ਮੈਂ ਇੱਥੇ ਆ ਰਿਹਾ ਸੀ, ਲੈਟ ਮੀ ਆਸਕ ਦੂਜੇ ਬੰਦੇ ਰਾਈਟ ਨਾਓ, ਯੂ نو ਉਹਨਾਂ ਦੇ ਨਾਲ ਸਾਨੂੰ ਕੰਮ ਕਰਨ ਦੀ ਲੋੜ ਹੈ। ਓਕੇ, ਪ੍ਰੋਟੈਸਟ ਕਰਨਾ ਸਾਡਾ ਰਾਈਟ ਹੈ, ਬਟ ਪ੍ਰੋਟੈਸਟ ਕਿੱਦਾਂ ਕਰਨਾ ਹੈ ਮੇਰਾ ਖਿਆਲ ਇਹ ਸਾਨੂੰ ਪਤਾ ਹੋਣਾ ਜ਼ਰੂਰੀ ਆ। ਕਿਉਂਕਿ ਜੇ ਅਸੀਂ ਪੰਜਾਬੀ ਦੇ ਵਿੱਚ ਇੱਥੇ ਲਿਖ ਕੇ ਲੈ ਗਏ ਆ ਕਿ ਭਾਰਤ ਸਰਕਾਰ ਮੁਰਦਾਬਾਦ ਜਾਂ ਕਾਲੇ ਕਾਨੂੰਨ ਵਾਪਸ ਲਓ, ਸਾਨੂੰ ਤਾਂ ਪਤਾ ਹੀ ਆ ਅਸੀਂ ਕਿਹਨੂੰ ਦਿਖਾਉਣਾ। ਦਿਖਾਉਣਾ ਤਾਂ ਜੇ ਅਸੀਂ ਪੰਜਾਬੀ ਦੇ ਵਿੱਚ ਗੱਲ ਕਰੀਏ ਤਾਂ ਗੋਰਿਆਂ ਨੂੰ ਦਿਖਾਉਣਾ ਨਾ, ਠੀਕ ਹੈ, ਲੇਕਿਨ ਉਹ ਚੀਜ਼ ਤਾਂ ਹੋ ਨਹੀਂ ਰਹੀ। ਕਿੰਨੇ ਸਲੋਗਨ ਨੇ ਜਿਹੜੇ ਕਿ ਇੰਗਲਿਸ਼ ਦੇ ਵਿੱਚ ਬਣੇ ਹੋਏ ਨੇ, ਐਂਡ ਡਿਸਪਾਈਟ ਆਲ ਦੈਟ ਸਾਡੇ ਕੋਲੇ ਕੋਈ ਪ੍ਰਿੰਟਡ ਮਟੀਰੀਅਲ ਨਹੀਂ ਹੈ। ਜੇ ਸਾਨੂੰ ਕੋਈ ਖੜ ਕੇ ਪੁੱਛ ਲੈ ਵੀ ਅੱਛਾ ਜੀ ਇਹ ਕੀ ਹੋ ਰਿਹਾ ਹੈ, ਠੀਕ ਹੈ, ਇਹ ਜੀ ਆਹ ਹੋ ਰਿਹਾ, ਤੁਸੀਂ ਉਹਨੂੰ ਇੱਕ ਪੰਫਲੇਟ ਦੇ ਸਕੋ ਜਾਂ ਕੁਝ ਦੇ ਸਕੋ। ਤੁਸੀਂ ਕੀ ਸੁਜੈਸਟ, ਕਿਉਂਕਿ ਕੁਝ ਲੋਕ ਨੇ ਜਿਹੜੇ ਜਿਸ ਤਰ੍ਹਾਂ ਆਪਾਂ ਕਹਿ ਰਹੇ ਆ ਵੀ ਉਹ ਗੜਬੜ ਕਰਨ ਵਾਲੇ ਲੋਕ ਨੇ ਜਿਹੜੇ ਆ ਕੇ ਉੱਥੇ ਖਾਲਿਸਤਾਨ ਦੇ ਨਾਅਰੇ ਮਾਰਦੇ ਆ ਜਾਂ ਕੁਝ ਅਜਿਹਾ ਕਰਦੇ ਆ, ਉਹ ਪੂਰੀ ਮੂਵਮੈਂਟ ਨੂੰ ਆ ਕੇ ਤੁਹਾਡੀ ਨੂੰ ਖਰਾਬ ਕਰਦੇ ਆ। ਇੱਕ ਬੰਦਾ ਜਿਹੜਾ ਗਿਆ ਹੁੰਦਾ ਕਿਸਾਨਾਂ ਦੇ ਹੱਕ ਦੇ ਵਿੱਚ, ਉਹਦੀ ਜਿਹੜੀ ਭਾਵਨਾ ਉਹ ਉੱਥੇ ਤਹਿਸ ਨਹਿਸ ਹੋ ਜਾਂਦੀ ਹੈ, ਮੈਂ ਸਮਝਦਾ। ਤੁਸੀਂ ਕੀ ਸੁਜੈਸਟ ਕਰਦੇ ਹੋ ਕਿ ਪ੍ਰੋਟੈਸਟ ਕਿੱਦਾਂ ਕਰਨਾ ਚਾਹੀਦਾ? ਜੇ ਮੈਂ ਪ੍ਰੋਟੈਸਟ ਕਰਨ ਜਾ ਰਿਹਾ ਜਾਂ ਮੇਰਾ ਪਰਿਵਾਰ ਪ੍ਰੋਟੈਸਟ ਕਰਨ ਜਾ ਰਿਹਾ, ਉਹਨੂੰ ਪਤਾ ਹੋਵੇ ਵੀ ਤੁਸੀਂ ਕਰਨਾ ਕੀ ਆ ਜਿਹੜਾ ਕਿ ਜ਼ਿਆਦਾ ਇਫੈਕਟਿਵ ਹੋਵੇ। It is a very interesting question ਕਿਉਂਕਿ and I'm glad ਕਿ you are covering it। ਮੈਨੂੰ ਅਜੇ ਤੱਕ ਚੇਤਾ ਆ ਤੇ ਕੁਛ ਇੱਥੇ ਜਿਹੜੇ ਬੰਦੇ who were behind ਦਾ ਜਿਹੜਾ ਸਾਰਿਆਂ ਤੋਂ ਪਹਿਲਾਂ ਹੋਇਆ ਸੀ, ਠੀਕ ਹੈ ਜੀ। ਮੈਨੂੰ ਰਾਤੀ 8:30 ਵਜੇ ਕਿਸੇ ਸੱਜਣ ਦਾ ਫੋਨ ਆਇਆ ਸੀ ਔਰ ਉਸ ਦੇ ਨਾਲ ਫਿਰ ਮੇਰੀ ਜਿਹੜੇ ਯੂਥ ਨੇ ਜਿਹਨੇ ਕੀਤਾ ਸੀ ਉਹਨਾਂ ਨਾਲ ਵੀ ਮੇਰੀ ਗੱਲ ਹੋਈ ਸੀ ਤੇ ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਸੀ, ਮੈਂ ਕਿਹਾ ਭਈ ਟਾਈਮ ਹੈ ਜਿਹੜਾ ਤੁਹਾਡਾ ਨਾ ਇਟਸ ਆਫ, ਤੁਹਾਨੂੰ ਥੋੜ੍ਹਾ ਟਾਈਮ ਸੋਚ ਕੇ ਪਲਾਨ ਕਰਕੇ ਕਰਨਾ ਚਾਹੀਦਾ। ਜੋ ਕੁਝ ਤੁਸੀਂ ਕਹਿ ਰਹੇ ਹੋ ਇਹਦੇ ਵਾਸਤੇ ਤੁਹਾਨੂੰ ਪਲੈਨਿੰਗ ਚਾਹੀਦੀ ਹੁੰਦੀ ਹੈ, ਠੀਕ ਹੈ ਜੀ। ਸਵਾਲ ਆਉਂਦਾ ਜੀ ਅਖੇ ਇੰਗਲਿਸ਼ ਮੀਡੀਆ ਤੁਹਾਨੂੰ ਕਵਰ ਨਹੀਂ ਕਰਦਾ। ਉਹ ਇੰਗਲਿਸ਼ ਮੀਡੀਆ ਵਾਲਿਆਂ ਨੂੰ ਤੁਸੀਂ ਕੁਝ ਦੇ ਹੀ ਨਹੀਂ ਰਹੇ ਕਵਰ ਕਰਨੇ, ਤਾਂ ਉਹ ਕਿਉਂ ਕਰਨਗੇ? ਜਿਹੜੇ ਨਿਊਯਾਰਕ ਵਾਲਾ ਮੀਡੀਆ ਹੈ ਉਹ ਇੰਟਰਸਟਿਡ ਇਸ ਚੀਜ਼ 'ਚ ਆ ਵੀ ਜਿਹੜੇ ਨਿਊਯਾਰਕਰ ਆ ਉਹਨਾਂ ਨੂੰ ਇਹਦੇ ਨਾਲ ਕੀ ਲਿੰਕ ਆ, ਨਿਊਯਾਰਕਰਸ ਨੂੰ ਕਿੱਦਾਂ ਅਫੈਕਟ ਕਰਦਾ। ਹੁਣ ਮੋਦੀ ਦੇ ਸਿਰ ਦੇ ਉੱਤੇ ਪੋਸਟਾਂ ਦੇ ਵਿੱਚ ਅਸੀਂ ਜੁੱਤੀ ਦਿਖਾਉਂਦੇ ਹਾਂ। ਮੇਰੇ ਵਾਸਤੇ ਦਿਸ ਇਜ਼ ਇਨਸਲਟਿੰਗ ਟੂ ਆਵਰ ਓਨ ਇੰਟੈਲੈਕਟ। ਮੇਰੇ ਵਾਸਤੇ ਇਟ ਸ਼ੋਜ਼ ਕਿ ਅਸੀਂ ਡਾਇਲਾਗ ਦਾ ਸਾਡੇ ਨੂੰ ਯਕੀਨ ਵੀ ਨਹੀਂ ਤੇ ਅਸੀਂ ਕਰ ਵੀ ਨਹੀਂ ਸਕਦੇ, ਠੀਕ ਹੈ। ਸੋ ਸਾਨੂੰ ਉਸ ਚੀਜ਼ ਦੀ ਨਹੀਂ ਲੋੜ ਹੈ, ਸਾਨੂੰ ਇਸ ਚੀਜ਼ ਦੀ ਲੋੜ ਆ ਕਿ ਭਾਈ ਅਸੀਂ ਪ੍ਰੋਪਰ ਮੀਡੀਆ ਐਡਵਾਈਜ਼ਰੀ ਭੇਜੀਏ, ਆਹ ਸਾਡਾ ਏਜੰਡਾ ਹੈ, ਦਿਸ ਇਜ਼ ਵਾਟ ਵੀ ਵਾਂਟ। ਸਾਨੂੰ ਹੋਰ ਕਿਸੇ ਚੀਜ਼ ਨਾਲ ਮਤਲਬ ਨਹੀਂ, ਸਾਨੂੰ ਇਸ ਚੀਜ਼ ਨਾਲ ਮਤਲਬ ਹੈ ਵੀ ਉੱਥੇ ਜਿਹੜੇ ਲੱਖਾਂ ਕਿਸਾਨ ਜਿਹੜੇ ਬੈਠੇ ਹੈਗੇ ਆ, ਤੁਸੀਂ ਘੱਟੋ ਘੱਟ ਉਹਨਾਂ ਦੀ ਸੁਣੋ ਤਾਂ ਸਹੀ ਵੀ ਉਹ ਕੀ ਕਹਿੰਦੇ ਆ। ਤੁਸੀਂ ਬਜਾਏ ਇਸ ਚੀਜ਼ 'ਤੇ ਵੀ ਉਹਨਾਂ ਨੂੰ ਗੱਲਬਾਤ ਸੁਣਨੇ ਨੂੰ ਜਾਂ ਉਹਨਾਂ ਨਾਲ ਗੱਲਬਾਤ ਕਰਨੇ ਨੂੰ, ਤੁਸੀਂ ਉਹਨਾਂ ਨੂੰ ਸਾਰਿਆਂ ਨੂੰ ਇੱਕੋ ਥੈਲੇ ਦੇ ਵਿੱਚ ਪਾ ਕੇ ਤਾਂ ਤੁਸੀਂ ਉਹਨਾਂ ਨੂੰ ਟੈਰੋਰਿਸਟ ਬਰਕਰਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਔਰ ਇੱਥੇ ਜੇ ਤੁਸੀਂ ਉਸ ਚੀਜ਼ ਨੂੰ ਉਸ ਤਰੀਕੇ ਨਾਲ ਹੈਂਡਲ ਕਰਕੇ ਕੋਈ ਭਾਵੇਂ ਤੁਸੀਂ ਸਿਰਫ ਇੱਕ ਕਰੋ, ਦੈਟ ਵਿਲ ਬੀ ਮੋਰ ਇਫੈਕਟਿਵ ਦੈਨ ਬੰਦਾ ਸਵੇਰੇ ਉੱਠਿਆ ਯਾਰ ਅਵਤਾਰ ਸਿੰਘ ਨੇ ਕੀਤਾ ਹੈ, ਹਰਪ੍ਰੀਤ ਨੇ ਕਿਉਂ ਨਹੀਂ ਕੀਤਾ, ਹਰਪ੍ਰੀਤ ਸਿੰਘ ਅੱਜ ਤੂੰ ਚੱਲ, ਪਰਸੋਂ ਨੂੰ ਕੋਈ ਹੋਰ ਉੱਠਦਾ। ਕੰਪੀਟੀਸ਼ਨ ਨਹੀਂ ਹੈ, ਕੰਪੀਟੀਸ਼ਨ ਨਹੀਂ ਹੈ, ਇਟ ਇਜ਼ ਨਾਟ ਕੰਪੀਟੀਸ਼ਨ। ਕੰਪੀਟੀਸ਼ਨ ਇਜ਼ ਆਲਵੇਜ਼ ਵੈਨ ਇਟ ਇਜ਼ ਕੰਸਟਰਕਟਿਵ, ਰਾਈਟ, ਇਟਸ ਡਿਸਟਰਕਟਿਵ। ਬੰਦੇ ਅਲਟੀਮੇਟਲੀ ਫੈਡ ਅਪ ਹੋ ਜਾਂਦੇ ਆ ਵੀ ਯਾਰ ਇਹ ਕਰ ਕੀ ਰਹੇ ਹੈ। ਔਰ ਮੈਨੂੰ ਪਤਾ ਵੀ ਮੈਂ ਇੱਕ ਜਦ ਗਿਆ ਹੈਗਾ ਆ ਤਾਂ ਉੱਥੇ ਮੈਨੂੰ ਸ਼ਰੇਆਮ ਵਿੱਚ ਕੋਈ ਸ਼ੱਕ ਨਹੀਂ ਵੀ ਮਾਸਕ ਵਗੈਰਾ ਪਾਏ ਸੀ ਬੰਦਿਆਂ ਨੂੰ ਨਹੀਂ ਪਤਾ ਲੱਗਦਾ ਜਿਨ੍ਹਾਂ ਨੂੰ ਅਨਲੈਸ ਯੂ ਨੋ ਦੈਮ ਪਰਸਨਲੀ। ਤਾਂ ਉਹਨਾਂ ਨੇ ਮੈਨੂੰ ਕਿਹਾ ਯਾਰ ਬੰਦੇ ਹੋਰ ਵੀ ਆਉਣੇ ਸੀ, ਪਰ ਉਹ ਕਹਿੰਦੇ ਜਦ ਇੱਥੇ ਨਾਅਰੇ ਲੱਗਦੇ ਨਾ ਖਾਲਿਸਤਾਨ ਦੇ ਤਾਂ ਅਸੀਂ ਇਹ ਸਮਝਦੇ ਹਾਂ ਵੀ ਇਹ ਮੂਵਮੈਂਟ ਹਾਈਜੈਕ ਹੋ ਰਹੀ ਆ, ਅਸੀਂ ਨਹੀਂ ਜਾ ਸਕਦੇ। ਉਹਨੇ ਕਿਹਾ ਵੀ ਕਹਿੰਦਾ ਪਰ ਅਸੀਂ ਤਾਂ ਕਿਸਾਨਾਂ ਦੇ ਹੱਕ ਜਾ ਰਹੇ ਹਾਂ ਨਾ। ਔਰ ਮੈਂ ਉਸ ਚੀਜ਼ ਨੂੰ ਇਸ ਹਿਸਾਬ ਨਾਲ ਕਾਊਂਟਰ ਕਰਦਾ, ਅਸੀਂ ਜਿੰਨਾ ਮਰਜ਼ੀ ਕਿਸਾਨਾਂ ਦੇ ਹੱਕ ਜਾਈਏ, ਜਿਹੜਾ ਉੱਥੇ ਸਮੂਹ ਇਕੱਠਾ ਹੋਇਆ ਆ, ਬੰਦੇ ਜਿਹੜੇ ਇਕੱਠੇ ਹੋਏ ਆ,
ਮੋਰੇ ਖਾਲਿਸਤਾਨ ਦੇ ਝੰਡੇ ਲੱਗੇ ਦੇਖਣ ਨੂੰ ਤਾਂ ਇਹੀ ਲੱਗਣਾ ਨਾ ਪਿਕਚਰ ਦੇ ਪਰ ਵਿੱਚ। ਨੰਬਰ 2 ਤੇ ਇੱਕ ਗੱਲ ਹੋਰ ਵੀ ਹੈ ਤੂਰ ਸਾਹਿਬ, ਜਦੋਂ ਕਿ ਦਿੱਲੀ ਦੇ ਵਿੱਚ ਜਿਹੜੀਆਂ ਕਿਸਾਨ ਜਥੇਬੰਦੀਆਂ ਬੈਠੀਆਂ ਨੇ ਉਹਨਾਂ ਨੇ ਇੱਕ ਗੱਲ ਕਹਿ ਦਿੱਤੀ ਹੈ ਵੀ ਦਿਸ ਇਜ਼ ਨਾਟ ਰਿਲੀਜੀਅਸ, it has nothing to do with any It has religion. nothing to do with the religion, nothing to do with any political Right. party. It has nothing to do with any other organization. Right. ਇਹ ਸਿਰਫ ਤੇ ਸਿਰਫ ਧਰਤੀ ਦਾ ਤੇ ਕਿਸਾਨੀ ਦਾ ਮਸਲਾ, ਹੋਰ ਤਾਂ ਇਹ 'ਚ ਕੋਈ ਮਸਲਾ ਹੀ ਨਹੀਂ। ਠੀਕ ਹੈ ਨਾ, ਉਹਦੇ ਵਿੱਚ ਮਸਲੇ ਬਾੜਨ ਦੀ ਕੋਸ਼ਿਸ਼ ਕੀਤੀ ਯਾਰ। ਮੈਂ ਤੁਹਾਨੂੰ ਉਦਾਹਰਣ ਦੇ ਰਿਹਾ ਨਾ ਭਈ ਬੰਦੇ ਆ ਜਿਹੜੇ ਨਾ ਆਪਣੇ, ਉਹ ਬੰਦੇ ਆ ਜਿਹੜੇ ਨਾ, ਉਹ ਬੰਦੇ ਆ ਜਿਹੜੇ ਉਹਨਾਂ ਨੂੰ ਕਈ ਵਾਰੀ ਕੀ ਹੁੰਦਾ ਹੈ। ਦੂਸਰੀ ਭਾਸ਼ਾ ਦੇ ਵਿੱਚ, ਆਮ ਸੌਰੀ ਟੂ ਇੰਟਰਪਟ, ਦੂਸਰੀ ਭਾਸ਼ਾ ਦੇ ਵਿੱਚ ਜਿਹੜੇ ਲੋਕ ਖਾਲਿਸਤਾਨ ਦੇ ਝੰਡੇ ਲੈ ਕੇ ਜਾਂਦੇ ਆ ਜਾਂ ਖਾਲਿਸਤਾਨ ਦੇ ਨਾਅਰੇ ਮਾਰਦੇ ਆ, ਬੇਸਿਕਲੀ ਉਹ ਸਰਕਾਰ ਦੇ ਪੱਖ ਦੇ ਵਿੱਚ ਨੇ। ਇਹ 'ਚ ਕੋਈ ਸ਼ੱਕ ਨਹੀਂ ਹੈ, ਕਿਸਾਨਾਂ ਦੇ ਪੱਖ ਦੇ ਵਿੱਚ ਨਹੀਂ ਹੈ, ਕੋਈ ਸ਼ੱਕ ਨਹੀਂ ਹੈ। ਕਿਉਂਕਿ ਜਦੋਂ ਤੁਸੀਂ ਉਹਨਾਂ ਦੀ ਕਹੀ ਹੋਈ ਗੱਲ ਹੀ ਨਹੀਂ ਮੰਨ ਰਹੇ, ਦੈਟ ਮੀਨ ਯੂ ਆਰ ਅਗੇਂਸਟ। ਉਹ ਨਹੀਂ, ਗਵਰਨਮੈਂਟ ਕਹਿ ਰਹੀ ਹੈ ਜੀ ਇਹ ਖਾਲਿਸਤਾਨੀ ਹੈ, ਤੁਸੀਂ ਖਾਲਿਸਤਾਨ ਦੇ ਨਾਅਰੇ ਲਾਤੇ ਆ, ਜੋ ਗਵਰਨਮੈਂਟ ਨੇ ਕਿਹਾ ਤੁਸੀਂ ਪ੍ਰੂਵ ਕਰ ਦਿੱਤਾ। ਤੁਸੀਂ ਪ੍ਰੂਵ ਕਰ ਦਿੱਤਾ। ਔਰ ਇੱਕ ਜਿਹੜੀ ਹੋਰ ਬੜੇ ਅਫਸੋਸ ਦੀ ਗੱਲ ਆ ਉਹ ਇਹ ਆ ਭਈ, ਕਿਉਂਕਿ ਇੱਥੇ ਤਾਂ ਕੁਝ ਸਿਸਟਮ ਇਦਾਂ ਤਾਂ ਗੁਰਦੁਆਰਿਆਂ ਦੇ ਵਿੱਚ ਇਲੈਕਸ਼ਨਾਂ ਹੁੰਦੀਆਂ, ਕਈ ਵਾਰੀ ਜਿਹੜੇ ਗੁਰਦੁਆਰਿਆਂ ਦੇ ਜਿਹੜੇ ਮੋਹਰੀ ਵੀ ਆ ਨਾ, ਉਹ ਆਪਣੀਆਂ 5 ਵੋਟਾਂ ਦੀ ਖਾਤਰ ਸਮਝੌਤਿਆਂ ਦਾ ਸੌਦਾ ਕਰ ਜਾਂਦੇ ਆ। ਆਮ ਸੌਰੀ ਬਟ ਦੋਜ਼ ਆਰ ਦਾ ਫੈਕਟਸ। ਔਰ ਇਸੇ ਕਰਕੇ ਮੇਰਾ ਖਿਆਲ ਆ ਕਿ ਕਈ ਲੋਕੀ ਕਹਿੰਦੇ ਯਾਰ ਇਹ ਕੌੜਾ ਬਹੁਤ ਹੈ, ਇਹ ਸੁਣਦਾ ਨਹੀਂ, ਕਿਉਂਕਿ ਅਸਲੀਅਤ ਹੈ ਜਿਹੜੀ ਉਹ ਕੌੜੀ ਹੁੰਦੀ ਹੈ। ਚਲੋ ਐਂਡ ਦੋਜ਼ ਆਰ ਦਾ ਫੈਕਟਸ। ਚਲੋ ਖੈਰ, ਮੈਂ ਸਮਝਦਾ ਵੀ ਕੁਝ ਲੋਕਾਂ ਨੂੰ ਜਿਹੜਾ ਕੌੜਾ ਬੋਲਣਾ ਛੱਡਣਾ ਨਹੀਂ ਚਾਹੀਦਾ, ਕਿਉਂਕਿ ਕਨੀਨ ਹੈ ਜਿਹੜੀ ਉਹ ਤਾਂ ਹੀ ਕੰਮ ਕਰਦੀ ਹੈ। ਠੀਕ ਹੈ, ਸੋ ਇਸ ਕਰਕੇ ਜਿਹੜਾ ਕਹਿੰਦੇ ਵੀ ਉਹ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ ਦੇ ਵਿੱਚ ਬਾਅਦ ਪਤਾ ਲੱਗਦਾ ਹੈ। ਸੋ ਇਸ ਕਰਕੇ ਦਰਸ਼ਕੋ, ਇਹ ਸਨ ਹਰਪ੍ਰੀਤ ਸਿੰਘ ਜੀ ਤੂਰ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ, ਜਿਨ੍ਹਾਂ ਨੇ ਬਖੂਬੀ ਮਤਲਬ ਇਸ ਵਿਸ਼ੇ ਨੂੰ, ਕਿਉਂਕਿ ਬਹੁਤ ਜ਼ਰੂਰੀ ਹੁੰਦਾ ਕਿ ਅਸੀਂ ਪਹਿਲਾਂ ਮਸਲੇ ਨੂੰ ਸਮਝ ਲਈਏ, ਫਿਰ ਅਸੀਂ ਉਸ ਮਸਲੇ ਦੇ ਉੱਤੇ ਕਮੈਂਟ ਕਰੀਏ। ਸੋ ਜਿੰਨੇ ਇਹਨਾਂ ਨੇ ਕਮੈਂਟ ਕੀਤੇ, ਮੈਂ ਸਮਝਦਾ ਵੀ ਸਾਡੇ ਸਾਰਿਆਂ ਲਈ ਯੂਜ਼ਫੁਲ ਨੇ, ਕਿਉਂਕਿ ਇਹ ਨਹੀਂ ਹੈ ਵੀ ਜੇ ਸਾਨੂੰ ਕਾਲ ਆਈ ਆ ਵੀ ਹਾਂਜੀ ਇਹ ਜਿਸ ਕਿਸਾਨਾਂ ਦੇ ਹੱਕ ਦੇ ਵਿੱਚ ਧਰਨਾ ਤੇ ਅਸੀਂ ਸਾਰੇ ਜਾਣੇ ਉੱਥੇ ਆਪਣੀਆਂ ਗੱਡੀਆਂ ਭਜਾ ਕੇ ਜਾਈਏ, ਕਿਉਂਕਿ ਜਾ ਕੇ ਮਸਲਾ ਸਿਰਫ ਇਸ ਗੱਲ ਦਾ ਹੁੰਦਾ ਕਿ ਅਸੀਂ ਆਪਣਾ ਉੱਥੇ ਇਕੱਠ ਦਿਖਾਉਣਾ ਹੁੰਦਾ ਵੀ ਭਾਈ ਇੰਨੇ ਲੋਕ ਇਸ ਇਕੱਠ ਨੂੰ ਦਰਜ ਕਰਾਉਣ ਆਏ ਆ, ਨਾ ਕਿ। ਔਰ ਇੱਕ ਗੱਲ ਹੋਰ ਵੀ ਹੈ ਜਿਹੜੀ ਮੈਂ ਕਹੂੰਗਾ, ਬੇਸ਼ੱਕ ਇਸ ਗੱਲ ਦੇ ਵਿੱਚ ਅਸੀਂ ਉੱਥੇ ਗੱਡੀਆਂ ਦਿਖਾਉਣ ਨਹੀਂ ਜਾਣਾ ਵੀ ਮੇਰੇ ਕੋਲ ਵੱਡੀ ਆ, ਮੇਰੇ ਕੋਲ BMW ਹੈ, ਮੇਰੇ ਕੋਲ ਤਾਂ ਰੋਲਸ ਰੋਇਸ ਹੈ, ਮੇਰੇ ਕੋਲ 1.5 ਕਰੋੜ ਦੀ ਕਾਰ ਹੈ ਜਾਂ 1.5 ਲੱਖ ਦੀ ਕਾਰ ਹੈ ਜਾਂ $1.5 ਲੱਖ ਦੀ ਕਾਰ ਹੈ। ਅਸੀਂ ਉੱਥੇ ਸਿਰਫ ਆਪਣਾ ਵਿਰੋਧ ਪ੍ਰਗਟ ਕਰਨ ਜਾਣਾ। ਸੋ ਮੈਨੂੰ ਨਹੀਂ ਲੱਗਦਾ ਵੀ ਉਹਦੇ ਵਿੱਚ ਕਿਤੇ ਸ਼ੋਅ ਆਫ ਦੀ ਸਾਨੂੰ ਕਿਤੇ ਜ਼ਰੂਰਤ ਹੁੰਦੀ ਹੈ, ਤਾਂ ਜੋ ਅਸੀਂ ਉਹ ਕੰਮ ਕਰੀਏ ਜਿਸ ਦਾ ਸਾਨੂੰ ਕੋਈ ਫਾਇਦਾ ਹੋਵੇ। ਸੋ ਮੇਰਾ ਖਿਆਲ ਹੈ ਵੀ ਅਗਰ ਤੁਹਾਨੂੰ ਇਹ ਗੱਲਾਂ ਸਾਡੀਆਂ ਚੰਗੀਆਂ ਲੱਗਣ, ਅਸੀਂ ਨਹੀਂ ਕਹਿੰਦੇ ਹੁੰਦੇ ਵੀ ਤੁਸੀਂ ਇਹਨੂੰ ਸ਼ੇਅਰ ਕਰੋ, ਜੇ ਤੁਹਾਨੂੰ ਨਹੀਂ ਚੰਗਾ ਲੱਗਦਾ ਡੋਂਟ ਸ਼ੇਅਰ ਇਟ, ਬਟ ਇਫ ਯੂ ਲਾਈਕ ਇਟ ਯੈਸ। ਹਾਂ, ਮੇਰਾ ਖਿਆਲ ਉਹ ਕਹਿੰਦੇ ਨੋ, ਆਈ ਥਿੰਕ ਦੇ ਸਟਿਲ ਸ਼ੁੱਡ ਸ਼ੇਅਰ ਵਿਦ ਦਾ ਕਮੈਂਟਸ ਕਿ ਇੱਥੇ ਤੁਸੀਂ ਆਹ ਚੀਜ਼ ਗਲਤ ਹੈ, ਇਹਨੂੰ ਇਦਾਂ ਨਹੀਂ ਇਦਾਂ ਕਰੈਕਸ਼ਨ ਕਰਕੇ ਅਗੇਨ, unless somebody suggests you where you made a mistake, how would you know? Right, yeah, suggestions are always welcome. ਤੁਮ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡੇ ਤੇ। Thank you. Thank you.